ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੋਸਟ ਵੈਲਕਮ ਟੂ ਯਰ ਓਨ ਚੈਨਲ ਰਾਈਟ ਔਨ। ਤੇ ਸੀਟੈਟ ਜੁਲਾਈ 2023 ਜਿਹੜੇ ਵੀ ਸਟੂਡੈਂਟ ਸੀਟੈਟ ਜੁਲਾਈ 2023 ਦੀ ਤਿਆਰੀ ਕਰ ਰਹੇ ਨੇ ਉਹਨਾਂ ਸਭ ਦਾ ਸਵਾਗਤ ਹੈ। ਐਂਡ ਆਪਣੀ ਜੋ ਪੰਜਾਬੀ ਲੈਂਗੁਏਜ ਦੇ ਲਈ ਆਪਣੀ ਪੈਡਾਗੋਗੀ ਸ਼ੁਰੂ ਕੀਤੀ ਹੋਈ ਸੀ ਤੇ ਇੱਕ ਮੈਂ ਤੁਹਾਨੂੰ ਦੱਸ ਦੇਵਾਂ, ਪੈਡਾਗੋਜੀ ਹੁਣ ਆਪਾਂ ਰੈਗੂਲਰ ਕਲਾਸਿਸ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੂਗੀ, ਕਿਉਂਕਿ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਥੋੜਾ ਪਹਿਲਾਂ ਮੈਂ ਬਿਜ਼ੀ ਸੀ, ਬਟ ਹੁਣ ਜੂਨ ਆਉਣ ਕਰਕੇ ਆਪਾਂ ਰੈਗੂਲਰ ਕਲਾਸਿਸ ਲਗਾਵਾਂਗੇ ਔਰ ਰੈਗੂਲਰ ਕਲਾਸਿਸ ਦੇ ਵਿੱਚ ਤੁਹਾਨੂੰ ਪੈਡਾਗੋਜੀ ਦੇਖਣ ਨੂੰ ਮਿਲੇਗੀ। ਅੱਜ ਆਪਾਂ ਥਰਡ ਚੈਪਟਰ ਨੂੰ ਕੰਟੀਨਿਊ ਕਰਨਾ ਹੈ। ਆਪਣਾ ਚੈਪਟਰ ਨੰਬਰ 3 ਚੱਲ ਰਿਹਾ ਸੀ, ਜਿਸ ਦੇ ਵਿੱਚ ਆਪਾਂ ਨੇ 4 ਕੁਐਸਚਨ ਨੂੰ ਡਿਸਕਸ ਕਰਨਾ ਸੀ ਔਰ ਸਭ ਤੋਂ ਪਹਿਲਾ ਕੁਐਸਚਨ ਆਪਾਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਜੀ। ਉਹ ਹੈਗਾ ਸੁਣਨਾ ਕੁਐਸਚਨ, ਉਹ ਆਪਣਾ ਡਿਟੇਲ ਦੇ ਵਿੱਚ ਕਵਰ ਅਪ ਹੋ ਚੁੱਕਿਆ ਹੈ। ਅੱਜ ਆਪਾਂ ਦੂਸਰਾ ਕੁਐਸਚਨ ਜੋ ਹੈ ਉਹ ਡਿਸਕਸ ਕਰਾਂਗੇ। ਉਹ ਕਿਹੜਾ ਕੁਐਸਚਨ ਹੈ ਜੀ? ਬੋਲਣਾ ਕੁਐਸਚਨ, ਠੀਕ ਹੈ। ਬੋਲਣਾ ਕੁਐਸਚਨ ਨੂੰ ਡਿਸਕਸ ਕਰਾਂਗੇ ਜਲਦੀ ਹੀ, ਤੁਹਾਡੇ ਨਾਲ ਸਾਰੇ ਟੌਪਿਕ ਕਵਰ ਕੀਤੇ ਜਾਣਗੇ। ਸੀਟੈਟ ਜੁਲਾਈ 2023 ਦੇ ਪੰਜਾਬੀ ਪੈਡਾਗੋਜੀ ਦੇ ਜਿੰਨੇ ਵੀ ਤੁਹਾਡੇ ਚੈਪਟਰ ਨੇ ਸਾਰੇ ਆਪਾਂ ਕਵਰ ਕਰਾਂਗੇ। ਨੈਕਸਟ ਅਗਰ ਆਪਾਂ ਗੱਲ ਕਰੀਏ ਭਾਸ਼ਾ ਦੇ ਕੌਸ਼ਲ, ਆਪਣੇ ਚੈਪਟਰ ਦਾ ਨਾਮ ਹੈ, ਚੈਪਟਰ ਨੰਬਰ 3 ਹੈ ਔਰ ਇਸ ਦੇ ਵਿੱਚ ਅੱਜ ਆਪਾਂ ਨੇ ਬੋਲਣਾ ਕੌਸ਼ਲ ਡਿਸਕਸ ਕਰਨਾ ਹੈ। ਤਾਂ ਹੁਣ ਥੋੜਾ ਜਿਹਾ ਪੁਆਇੰਟ ਤੇ ਆਉਂਦੇ ਹਾਂ। ਬੋਲਣਾ ਕੌਸ਼ਲ ਕੀ ਹੈ? ਜੇਕਰ ਆਪਾਂ ਧਿਆਨ ਨਾਲ ਸੋਚੀਏ ਤਾਂ ਬੋਲੇ ਬਿਨਾਂ ਤਾਂ ਕੋਈ ਵੀ ਬੰਦਾ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰ ਹੀ ਨਹੀਂ ਸਕਦਾ। ਲਿਖਣਾ ਚਲੋ ਆਪਾਂ ਕਹਿ ਦਿੰਦੇ ਕਿ ਠੀਕ ਹੈ ਲਿਖ ਕੇ ਕਰ ਸਕਦਾ, ਬਟ ਜੇਕਰ ਬੰਦੇ ਨੂੰ ਲਿਖਣਾ ਹੀ ਨਹੀਂ ਆਉਂਦਾ, ਪਰਸਨ ਨੂੰ ਲਿਖਣਾ ਹੀ ਨਹੀਂ ਆਉਂਦਾ, ਤਾਂ ਬਿਨਾਂ ਬੋਲੇ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ, ਠੀਕ ਹੈ ਜੀ। ਲਿਖਣਾ ਸੈਕੰਡਰੀ ਹੋ ਗਿਆ, ਥੋੜਾ ਜਿਹਾ ਆਪਾਂ ਇਸ ਨੂੰ ਘੱਟ ਪ੍ਰੈਫਰ ਕਰਦੇ ਹਾਂ ਕੰਪੈਰੀਜ਼ਨ ਦੈਨ ਬੋਲਣ ਦੇ, ਹੈ ਨਾ। ਤਾਂ ਅਗਰ ਆਪਾਂ ਗੱਲ ਕਰੀਏ, ਜਦੋਂ ਤੱਕ ਆਪਾਂ ਸਹੀ ਤਰੀਕੇ ਨਾਲ ਨਹੀਂ ਬੋਲਦੇ, ਪ੍ਰੋਪਰ ਲਹਿਜੇ ਨਾਲ ਨਹੀਂ ਬੋਲਦੇ, ਠੀਕ ਹੈ ਜੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਆਪਾਂ ਸਮਝਾ ਪਾ ਰਹੇ ਹਾਂ ਜਾਂ ਨਹੀਂ ਸਮਝਾ ਪਾ ਰਹੇ ਸਾਹਮਣੇ ਵਾਲੇ ਪਰਸਨ ਨੂੰ, ਆਪਣੇ ਜੋ ਮਨ ਦੇ ਵਿਚਾਰ ਨੇ ਉਹ ਆਪਣੇ ਬੋਲਣ ਦੇ ਉੱਪਰ ਡਿਪੈਂਡ ਕਰਦੇ ਨੇ। ਤਾਂ ਕਹਿਣ ਦਾ ਮਤਲਬ ਬੋਲਣਾ ਕੌਸ਼ਲ ਹਰ ਇੱਕ ਪਰਸਨ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਰੱਖਦਾ ਹੈ। ਔਰ ਆਪਾਂ ਕਹਿ ਦਿੰਦੇ ਹਾਂ ਕਿ ਬੱਚਾ ਜੋ ਹੈ ਆਪਣੀ ਮਦਰ ਟੰਗ ਨੂੰ ਬੋਲਣਾ ਸਿੱਖ ਕਿਵੇਂ ਲੈਂਦਾ? ਹੱਸਦੇ ਖੇਡਦੇ ਸਿੱਖ ਲੈਂਦਾ, ਘਰ ਦੇ ਵਿੱਚ ਹੀ ਸਿੱਖ ਲੈਂਦਾ। ਤੇ ਜਿਹੜੇ ਸੁਣਨਾ ਤੇ ਬੋਲਣਾ ਕੌਸ਼ਲ ਹੁੰਦੇ ਨੇ, ਦੋਨੋਂ ਪ੍ਰਾਇਮਰੀ ਕੌਸ਼ਲ ਹੁੰਦੇ ਨੇ, ਠੀਕ ਹੈ ਜੀ, ਜਿਹੜੇ ਕਿ ਘਰ ਦੇ ਵਿੱਚ ਹੀ ਸਿੱਖ ਲਏ ਜਾਂਦੇ ਨੇ ਇੱਕ ਬੱਚੇ ਦੁਆਰਾ। ਤਾਂ ਅੱਜ ਉਹਨੂੰ ਹੀ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਪੇਪਰ 1 ਐਂਡ ਪੇਪਰ 2 ਦੋਨਾਂ ਹੀ ਸਟੂਡੈਂਟਸ ਲਈ ਹੈਗਾ। ਕਲਾਸ ਨੰਬਰ 7 ਹੈ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ। ਹੁਣ ਆਪਾਂ ਜੋ ਹੈ ਰੈਗੂਲਰ ਹੋਣ ਲੱਗਿਆ ਤੇ ਕਾਫੀ ਕੁਝ ਤੁਹਾਡੇ ਨਾਲ ਮੈਂ ਸ਼ੇਅਰ ਵੀ ਕਰਦੀ ਰਹਾਂਗੀ। ਤੇ ਬਿਲਕੁਲ ਚਲੋ, ਇਹ ਤਾਂ ਸੀਗਾ 4 ਕੁਐਸਚਨ ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਸ ਦੇ ਵਿੱਚ ਪਹਿਲਾ ਕੁਐਸਚਨ ਜੋ ਹੈ ਉਹ ਕਵਰ ਅਪ ਹੋ ਚੁੱਕਿਆ। ਅੱਜ ਆਪਣਾ ਜੋ ਟੌਪਿਕ ਹੈ ਦੈਟ ਇਜ਼ ਬੋਲਣਾ ਕੁਐਸਚਨ, ਠੀਕ ਹੈ ਜੀ। ਇਹ ਸਾਰਾ ਸੁਣਨਾ ਕੁਐਸਚਨ ਹੈ, ਇਹ ਮੈਂ PDF ਤਾਂ ਹੀ ਬਣਾ ਕੇ ਰੱਖੀ ਹੋਈ ਹੈ, ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਆਫਟਰ ਕੰਪਲੀਟਿੰਗ ਦਾ ਟੌਪਿਕ ਬੋਲਣਾ ਕੁਐਸਚਨ। ਤਾਂ ਸਭ ਤੋਂ ਪਹਿਲਾਂ ਆਪਾਂ ਹੁਣ ਗੱਲ ਕਰੀਏ ਕਿ ਬੋਲਣਾ ਕੌਸ਼ਲ ਹੁੰਦਾ ਕੀ ਹੈ। ਤਾਂ ਬੋਲਣਾ ਕੌਸ਼ਲ ਕੀ ਹੁੰਦਾ? ਉਦੇਸ਼ਪੂਰਨ ਵਿਚਾਰ ਬੋਲ ਕੇ ਪੇਸ਼ ਕਰਨਾ। ਸਭ ਤੋਂ ਪਹਿਲੀ ਗੱਲ ਹੀ ਤੁਸੀਂ ਇੱਥੇ ਦੇਖ ਪਾ ਰਹੇ ਹੋ, ਉਦੇਸ਼ਪੂਰਨ। ਹੁਣ ਜਿਵੇਂ ਕਿ ਸੁਣਨ ਦੀ ਗੱਲ ਆਪਾਂ ਕੀਤੀ ਸੀ, ਸੁਣਨਾ ਕੌਸ਼ਲ ਦੇ ਵਿੱਚ ਆਪਾਂ ਸਮਝਿਆ ਸੀ ਕਿ ਸੁਣਨਾ ਕੌਸ਼ਲ ਉਹ ਹੁੰਦਾ ਜਿਸ ਨੂੰ ਧਿਆਨ ਨਾਲ ਸੁਣ ਕੇ ਸਮਝਿਆ ਜਾ ਸਕੇ। ਐਵੇਂ ਤਾਂ ਹੁਣ ਆਉਂਦੇ ਜਾਂਦੇ ਸ਼ੋਰ ਸ਼ਰਾਬੇ ਨੂੰ ਆਪਾਂ ਸੁਣਨ ਦੇ ਵਿੱਚ ਕਾਊਂਟ ਨਹੀਂ ਕਰ ਸਕਦੇ, ਹੈ ਨਾ। ਚਲੋ ਕੰਨਾਂ 'ਚ ਪੈ ਰਹੇ ਨੇ, ਉਹ ਆਪਾਂ ਨੂੰ ਡਿਸਟਰਬ ਕਰ ਰਹੇ ਨੇ, ਉਹ ਆਪਣੇ ਕਿਸੇ ਕੰਮ ਨਾਲ ਆ ਕੇ ਆਪਾਂ ਨੂੰ ਪਰੇਸ਼ਾਨ ਕਰ ਰਹੇ ਨੇ, ਠੀਕ ਹੈ। ਤਾਂ ਉਸੇ ਤਰੀਕੇ ਨਾਲ ਬੋਲਣਾ, ਤਾਂ ਬੋਲਣਾ ਇੱਕ ਉਸ ਚੀਜ਼ ਨੇ ਧਿਆਨ ਰੱਖਿਆ ਜਾਂਦਾ ਕਿ ਆਪਣਾ ਬੋਲਣ ਦਾ ਮੋਟਿਵ ਕੀ ਹੈ, ਜੋ ਤੁਸੀਂ ਬੋਲ ਰਹੇ ਹੋ ਉਹਦੇ ਨਾਲ ਕੀ ਤੁਹਾਡਾ ਉਦੇਸ਼ ਹੈ, ਜਾਂ ਸਾਹਮਣੇ ਵਾਲੇ ਪਰਸਨ ਦਾ ਕੀ ਉਦੇਸ਼ ਹੈ ਉਸਨੂੰ ਸੁਣਨ ਦਾ, ਹੈ ਨਾ। ਤਾਂ ਉਦੇਸ਼ਪੂਰਨ ਹੋਣਾ ਚਾਹੀਦਾ, ਇੱਦਾਂ ਹੀ ਨਹੀਂ ਹੋਣਾ ਚਾਹੀਦਾ। ਵਿਚਾਰ ਬੋਲ ਕੇ ਪੇਸ਼ ਕਰਨਾ, ਜੋ ਆਪਣੇ ਮਨ ਦੇ ਵਿਚਾਰ ਹੁੰਦੇ ਨੇ ਉਹਨਾਂ ਨੂੰ ਆਪਾਂ ਬੋਲ ਕੇ ਪੇਸ਼ ਕਰਦੇ ਹਾਂ। ਯੋਗ ਸ਼ਬਦਾਂ ਦੀ ਵਰਤੋਂ ਕਰਨਾ, ਸ਼ਬਦ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਿੱਸਾ ਰੱਖਦੇ ਨੇ ਬੋਲਣ ਦੇ ਵਿੱਚ, ਠੀਕ ਹੈ। ਉਹ ਕਹਿੰਦੇ ਨੇ ਸੋਚ ਕੇ ਬੋਲਣਾ, ਜਿਵੇਂ ਆਪਾਂ ਰੈਗੂਲਰ ਲਾਈਫ 'ਚ ਵੀ ਜੇਕਰ ਆਪਾਂ ਸੋਚੀਏ ਤਾਂ ਆਪਾਂ ਕਹਿੰਦੇ ਪਹਿਲਾਂ ਸੋਚੋ ਫਿਰ ਬੋਲੋ, ਹੈ ਨਾ। ਤਾਂ ਸ਼ਬਦਾਵਲੀ ਆਪਣੀ ਬਹੁਤ ਸਹੀ ਅਤੇ ਯੋਗ ਹੋਣੀ ਚਾਹੀਦੀ ਹੈ। ਵਿਸ਼ਰਾਮ ਚਿੰਨ੍ਹ ਦਾ ਧਿਆਨ, ਕਿੱਥੇ ਥੋੜ੍ਹਾ ਜਿਹਾ ਹੌਲੀ ਆਵਾਜ਼ ਹੋਵੇ, ਕਿੱਥੇ ਥੋੜ੍ਹਾ ਜਿਹਾ ਰੁਕਣਾ ਹੈ, ਕਿੱਥੇ ਥੋੜ੍ਹਾ ਜਿਹਾ ਉੱਚੀ ਆਵਾਜ਼ ਹੋਵੇ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਕਾਊਂਟ ਹੁੰਦੀਆਂ ਨੇ। ਭਾਵਾਂ ਅਨੁਸਾਰ ਉਤਰਾਅ ਚੜ੍ਹਾਅ, ਠੀਕ ਹੈ ਜੀ। ਇਹਨਾਂ ਸਾਰੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ। ਤਾਂ ਬੋਲਣਾ ਸਿਰਫ ਉਹ ਨਹੀਂ ਹੁੰਦਾ ਕਿ ਜੋ ਆਪਾਂ ਨੇ ਕਿਹਾ ਉਹ ਬੋਲ ਦਿੱਤਾ। ਬੋਲਣ ਦਾ ਮਤਲਬ ਪ੍ਰੋਪਰ, ਅਗਰ ਤੁਸੀਂ ਸਹੀ ਤਰੀਕੇ ਨਾਲ ਕਨਵਰਸੇਸ਼ਨ ਕਰਨਾ ਚਾਹੁੰਦੇ ਹੋ, ਸਹੀ ਤਰੀਕੇ ਨਾਲ ਵਾਰਤਾਲਾਪ ਕਰਨਾ ਚਾਹੁੰਦੇ ਹੋ ਆਪਣੇ ਸਾਹਮਣੇ ਵਾਲੇ ਪਰਸਨ ਦੇ ਨਾਲ, ਤਾਂ ਤੁਹਾਡੇ ਜੋ ਸ਼ਬਦਾਵਲੀ ਹੈ ਉਹ ਯੋਗ ਹੋਣੀ ਚਾਹੀਦੀ ਹੈ। ਤੁਹਾਡਾ ਬੋਲਣਾ ਆਪਾਂ ਕਹਿ ਸਕਦੇ ਕਿ ਉਦੇਸ਼ਪੂਰਨ ਹੋਣਾ ਚਾਹੀਦਾ ਹੈ, ਠੀਕ ਹੈ। ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਮਾਇਨੇ ਰੱਖਦੀਆਂ ਨੇ। ਚਲੋ, ਇਹ ਤਾਂ ਸੀਗਾ ਬੋਲਣਾ ਕੌਸ਼ਲ ਹੁੰਦਾ ਕੀ ਹੈ। ਹੁਣ ਆਪਾਂ ਅੱਗੇ ਵੱਧ ਕੇ ਦੇਖਦੇ ਹਾਂ ਕਿ ਬੋਲਣਾ ਕੌਸ਼ਲ ਦੇ ਆਧਾਰ ਕਿਹੜੇ ਕਿਹੜੇ ਨੇ, ਠੀਕ ਹੈ ਜੀ। ਬੋਲਣਾ ਕੌਸ਼ਲ ਦਾ ਸਭ ਤੋਂ ਪਹਿਲਾ ਆਧਾਰ ਤਾਂ ਆ ਜਾਂਦਾ ਭੌਤਿਕ। ਹੁਣ ਤੁਸੀਂ ਸੋਚੋਗੇ ਕਿ ਇਹਨੂੰ ਅਲੱਗ ਤੋਂ ਯਾਦ ਕਰਨਾ ਪਏਗਾ, ਨਹੀਂ, ਯਾਦ ਕਰੋ। ਆਪਾਂ ਨੇ ਫਸਟ ਚੈਪਟਰ ਕੀਤਾ ਸੀ, ਫਸਟ ਚੈਪਟਰ ਦੇ ਵਿੱਚ ਆਪਾਂ ਨੇ ਦੇਖਿਆ ਸੀ ਭਾਸ਼ਾ ਦੇ ਆਧਾਰ। ਤਾਂ ਭਾਸ਼ਾ ਕਿਵੇਂ ਹੁੰਦੀ ਹੈ? ਬੋਲ ਕੇ ਹੀ ਤਾਂ ਹੁੰਦੀ ਹੈ। ਉਹੀ ਸੇਮ ਆਧਾਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ, ਠੀਕ ਹੈ। ਭੌਤਿਕ ਆਧਾਰ ਕਿਹੜੇ ਆਧਾਰ ਹੁੰਦੇ ਨੇ ਜੀ? ਭੌਤਿਕ ਆਧਾਰ ਉਹੀ ਆਧਾਰ ਹੁੰਦੇ ਨੇ ਜਿਨ੍ਹਾਂ ਦੁਆਰਾ ਤੁਸੀਂ ਬੋਲਦੇ ਹੋ।
ਕੰਠ, ਗਲਾ, ਜੀਭ, ਤਾਲੂ, ਹੋਂਠ, ਇਹ ਸਾਰੇ ਭੌਤਿਕ ਆਧਾਰ ਨੇ। ਫਿਜ਼ੀਕਲ ਸਟਰਕਚਰ ਆ ਗਿਆ ਆਪਣਾ, ਜਿਹਨਾਂ ਦੀ ਮਦਦ ਨਾਲ ਅਗਰ ਆਪਣੇ ਮਨ ਦੇ ਵਿੱਚ ਵਿਚਾਰ ਹੈਗੇ ਵੀ ਨੇ, ਚਲੋ ਜੇਕਰ ਕਈ ਵਾਰੀ ਇਹ ਨਹੀਂ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਤਾਂ ਆਪਾਂ ਨੂੰ ਵਿਚਾਰ ਪੇਸ਼ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ। ਸੈਕਿੰਡ ਹੈਗਾ ਜੀ ਧੁਨੀਆਂ ਦਾ ਨਿਮਾਰਨ, ਉਚਾਰਨ, ਸ਼ਬਦਾਂ ਦੀ ਚੋਣ ਤੇ ਮਾਨਸਿਕ ਆਧਾਰ। ਠੀਕ ਹੈ, ਹੁਣ ਇਹ ਹੋ ਗਿਆ ਆਪਣਾ ਸੈਕਿੰਡ। ਮਾਨਸਿਕ ਆਧਾਰ ਕੀ ਹੁੰਦਾ? ਤੁਹਾਡਾ ਜੀਭ, ਕੰਠ, ਗਲਾ ਸਭ ਕੁਝ ਪਰਫੈਕਟ ਹੈ, ਤੁਸੀਂ ਬਹੁਤ ਸੋਹਣਾ ਬੋਲ ਸਕਦੇ ਹੋ, ਆਵਾਜ਼ ਬਹੁਤ ਸੋਹਣੀ ਹੈ ਤੁਹਾਡੀ, ਬਟ ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਵਿਚਾਰ ਨਹੀਂ ਹੈਗੇ ਉਦੋਂ ਤੱਕ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ, ਉਦੋਂ ਤੱਕ ਤੁਸੀਂ ਬੋਲ ਨਹੀਂ ਸਕਦੇ। ਕੁਛ ਸਾਹਮਣੇ ਰੱਖਣ ਦੇ ਲਈ ਮਨ ਦੇ ਵਿੱਚ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹ ਆਪਣਾ ਕਿਹੜਾ ਆਧਾਰ ਹੋਏਗਾ ਜੀ? ਮਾਨਸਿਕ ਆਧਾਰ ਹੋਏਗਾ। ਐਂਡ ਥਰਡ ਵਨ ਇਜ਼ ਸਮਾਜਿਕ ਆਧਾਰ। ਬਿਲਕੁਲ ਸੇਮ ਜਿਵੇਂ ਕਿ ਆਪਾਂ ਨੇ ਫਸਟ ਚੈਪਟਰ ਦੇ ਵਿੱਚ ਪੜ੍ਹਿਆ ਸੀ, ਤੁਹਾਡੇ ਮਨ ਦੇ ਵਿੱਚ ਵਿਚਾਰ ਵੀ ਹੈਗੇ ਨੇ, ਤੁਸੀਂ ਬੋਲਦੇ ਵੀ ਬਹੁਤ ਸੋਹਣਾ ਹੋ, ਬਟ ਕੀ ਹੋ ਗਿਆ? ਤੁਹਾਡੇ ਕੋਲ ਸੈਕਿੰਡ ਪਰਸਨ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰ ਸਕੋ। ਤਾਂ ਸੁਸਾਇਟੀ ਦੇ ਵਿੱਚ ਤੁਹਾਨੂੰ ਵਿਚਰਨਾ ਹੀ ਪਏਗਾ, ਸੁਸਾਇਟੀ ਦੇ ਵਿੱਚ ਆਉਣਾ ਹੀ ਪਏਗਾ। ਸਮਾਜਿਕ ਆਧਾਰ ਜਿਹੜਾ ਕਿ ਸੁਸਾਇਟੀ ਦੇ ਨਾਲ ਜੁੜਿਆ ਹੋਇਆ ਹੁੰਦਾ, ਆਪਾਂ ਨੂੰ ਸੁਸਾਇਟੀ ਦੇ ਵਿੱਚ ਵਿਚਰਨਾ ਹੀ ਪੈਂਦਾ ਹੈ। ਠੀਕ ਹੈ ਜੀ, ਉਹ ਹੋ ਗਿਆ ਆਪਣਾ ਸਮਾਜਿਕ ਆਧਾਰ। ਤਾਂ ਇਹ ਕੁਝ ਸੀਗੇ ਬੋਲਚਾਲ ਦੇ ਆਧਾਰ ਜੋ ਕਿ ਆਪਾਂ ਨੂੰ ਕਿਤੇ ਨਾ ਕਿਤੇ ਆਉਂਦੇ ਨੇ ਕਿਉਂਕਿ ਆਪਾਂ ਪੜ੍ਹੇ ਹੋਏ ਨੇ। ਠੀਕ ਹੈ, ਥਰਡ ਅਗਰ ਆਪਾਂ ਗੱਲ ਕਰੀਏ ਬੋਲਚਾਲ ਕੌਸ਼ਲ ਦੇ ਮਹੱਤਵ ਤੇ ਲਾਭ। ਹੁਣ ਆਪਾਂ ਕਹਿੰਦੇ ਹਾਂ ਕਿ ਬੋਲਣ ਦਾ ਬਹੁਤ ਮਹੱਤਵ ਹੈ। ਤੁਸੀਂ ਮੈਨੂੰ ਦੇਖਿਆ ਹੋਣਾ ਸਟਾਰਟਿੰਗ ਦੇ ਵਿੱਚ ਹੀ ਮੈंने ਕਹਿਤਾ ਸੀ ਕਿ ਇਹ ਕੌਸ਼ਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਇਹਦੇ ਲਾਭ ਕੀ ਨੇ, ਇਹਦਾ ਮਹੱਤਵ ਇੰਨਾ ਕਿਉਂ ਹੈ, ਇਹ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ। ਵੈਸੇ ਆਲਰੇਡੀ ਸਭ ਨੂੰ ਪਤਾ ਹੈ ਕਿ ਜੇਕਰ ਆਪਾਂ ਬੋਲਣਾ ਹੀ ਬੰਦ ਕਰ ਦਈਏ ਤਾਂ ਕਾਫੀ ਕੁਝ ਰੁਕ ਜਾਵੇ, ਹੈ ਨਾ। ਤਾਂ ਬਟ ਫਿਰ ਵੀ ਚਲੋ ਇੱਕ ਵਾਰੀ ਇਸ ਨੂੰ ਥੋੜ੍ਹੀ ਜਿਹੀ, ਵੈਸੇ ਤਾਂ ਇਹਨਾਂ ਦੇ ਲਈ ਅਨਲਿਮਿਟਿਡ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਇੱਥੇ, ਬਟ ਥੋੜ੍ਹੇ ਜਿਹੇ ਲਿਮਿਟਿਡ ਜੇ ਲੈ ਕੇ ਚੱਲਦੇ ਹਾਂ। ਵਿਚਾਰਾਂ ਨੂੰ ਪ੍ਰਗਟ ਕਰਨ ਦਾ ਸਾਧਨ, ਆਪਣੇ ਜੋ ਮਨ ਦੇ ਵਿਚਾਰ ਨੇ ਉਹਨਾਂ ਨੂੰ ਜੇਕਰ ਤੁਸੀਂ ਪ੍ਰਗਟ ਕਰਨਾ ਹੈ ਤਾਂ ਤੁਸੀਂ ਬੋਲ ਕੇ ਪ੍ਰਗਟ ਕਰ ਸਕਦੇ ਹੋ, ਲਿਖ ਕੇ ਕਰ ਸਕਦੇ ਹੋ, ਬਟ ਬਹੁਤ ਸਾਰੇ ਇਹਦੇ ਰੀਜ਼ਨ ਹੁੰਦੇ ਆ। ਕਈ ਵਾਰੀ ਜੋ ਪਰਸਨ ਹੈ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਅਨਐਜੂਕੇਟਡ ਹੁੰਦਾ, ਨਹੀਂ ਅੱਛੇ ਤਰੀਕੇ ਨਾਲ ਉਸਨੂੰ ਲਿਖਣਾ ਆਉਂਦਾ ਹੁੰਦਾ, ਤਾਂ ਉੱਥੇ ਪ੍ਰੋਬਲਮ ਆ ਜਾਂਦੀ ਹੈ। ਜੋ ਛੋਟਾ ਬੱਚਾ ਜੋ ਹਲੇ ਲਿਖਣਾ ਨਹੀਂ ਸਿੱਖਿਆ, ਉਸ ਦੇ ਕੇਸਿਸ ਦੇ ਵਿੱਚ ਆਪਾਂ ਕਹਾਂਗੇ ਕਿ ਪ੍ਰੈਫਰੈਂਸ ਵੈਸੇ ਵੀ ਅਗਰ ਆਪਾਂ ਦੇਖੀਏ ਤਾਂ ਬੋਲਣ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਵਿਚਾਰਾਂ ਨੂੰ ਪ੍ਰਗਟ ਕਰਨ ਦਾ ਇੱਕ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇਹੀ ਇੱਕ ਸਾਧਨ ਹੈ, ਹੋਰ ਸਾਧਨ ਨਹੀਂ ਹੈ ਕੋਈ। ਠੀਕ ਹੈ, ਰੋਜ਼ਾਨਾ ਕੰਮ ਕਰਨ ਦੇ ਲਈ ਪ੍ਰਭਾਵਸ਼ਾਲੀ ਬੋਲਣਾ। ਹੁਣ ਜਿਵੇਂ ਕਿ ਰੋਜ਼ਾਨਾ ਕੰਮ ਕਰਨ ਦੇ ਜਿੱਥੇ ਤੁਸੀਂ ਰੈਗੂਲਰ ਕੰਮ ਕਰਦੇ ਹੋ, ਹੈ ਨਾ, ਇੱਕ ਐਗਜ਼ਾਮਪਲ ਲੈ ਕੇ ਦੱਸ ਰਹੀ ਹਾਂ ਮੈਂ। ਰੋਜ਼ਾਨਾ ਕੰਮਾਂ ਦੇ ਵਿੱਚ ਵੈਸੇ ਸਿਰਫ ਤੁਹਾਡਾ ਅਫੀਸ਼ੀਅਲ ਜਾਂ ਤੁਹਾਡੀ ਡਿਊਟੀ ਜਾਂ ਜੋਬ ਨਹੀਂ ਆਉਂਦਾ, ਬਾਕੀ ਸਾਰੇ ਕੰਮ ਵੀ ਆਉਂਦੇ ਨੇ। ਅਗਰ ਆਪਾਂ ਗੱਲ ਕਰੀਏ ਕਿ ਐਗਜ਼ਾਮਪਲ ਦੇ ਤੌਰ 'ਤੇ ਜਿੱਥੇ ਤੁਸੀਂ ਜੋਬ ਕਰਦੇ ਹੋ ਤਾਂ ਤੁਸੀਂ ਉੱਥੇ ਕੀ ਹੈ, ਹਮੇਸ਼ਾ ਹੀ ਕੋਸ਼ਿਸ਼ ਕਰੋਗੇ ਕਿ ਤੁਸੀਂ ਗੁੱਡ ਬੁੱਕਸ ਦੇ ਵਿੱਚ ਰਹੋ ਔਰ ਅੱਛੇ ਤਰੀਕੇ ਨਾਲ ਤੁਸੀਂ ਆਪਣੇ ਜੋ ਸੀਨੀਅਰ ਨੇ ਉਹਨਾਂ ਨਾਲ ਗੱਲ ਕਰ ਸਕੋ। ਤਾਂ ਉੱਥੇ ਤੁਸੀਂ ਹਮੇਸ਼ਾ ਪ੍ਰਭਾਵਸ਼ਾਲੀ ਬੋਲਣ ਦੀ ਕੋਸ਼ਿਸ਼ ਕਰੋਗੇ। ਆਈ ਨੋ ਕਿ ਤੁਸੀਂ ਸਾਰੇ ਬੋਲਦੇ ਵੀ ਹੋਵੋਗੇ। ਠੀਕ ਹੈ, ਤੇ ਜਦੋਂ ਵੀ ਆਪਾਂ ਕਿਸੇ ਨਾ ਹੋਰ ਆਪਣੀ ਫਰੈਂਡ ਮਿੱਤਰ ਨੂੰ ਵੀ ਮਿਲਦੇ ਹਾਂ ਜਾਂ ਫਿਰ ਅਗਰ ਆਪਾਂ ਗੱਲ ਕਰੀਏ ਸੜਕ 'ਤੇ ਕੋਈ ਨੋਨ ਪਰਸਨ ਵੀ ਮਿਲ ਜਾਂਦਾ ਹੈ ਤਾਂ ਆਪਾਂ ਉਹਨਾਂ ਨਾਲ ਹਮੇਸ਼ਾ ਅੱਛੇ ਵਤੀਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ, ਲੋਕਤੰਤਰੀ ਰਾਜ ਵਿੱਚ ਇਹਦਾ ਬਹੁਤ ਮਹੱਤਵ ਹੈ, ਨੋ ਨੀਡ ਟੂ ਐਕਸਪਲੇਨ, ਹੈ ਨਾ, ਸਭ ਨੂੰ ਪਤਾ ਹੈ ਆਲਰੇਡੀ। ਮੌਖਿਕ ਭਾਸ਼ਾ ਸਮਝਣ ਵਿੱਚ ਆਸਾਨ ਹੁੰਦੀ ਹੈ, ਅਤੇ ਲਿਖ ਕੇ ਉਹੀ ਗੱਲ ਆ ਗਈ ਕਿ ਚਲੋ ਠੀਕ ਹੈ, ਹੋ ਸਕਦਾ ਤੁਹਾਨੂੰ ਲਿਖਣਾ ਆਉਂਦਾ, ਤੁਸੀਂ ਲਿਖ ਕੇ ਸਮਝਾ ਵੀ ਦਿੱਤਾ। ਹੁਣ ਉਹਨਾਂ ਲਿਖੇ ਹੋਏ ਵਿਚਾਰਾਂ ਦੇ ਵਿੱਚ ਚਲੋ ਹੁਣ ਸਾਹਮਣੇ ਦੋ ਕੇਸਿਸ ਬਣਦੇ ਨੇ ਕਿ ਤੁਸੀਂ ਲਿਖ ਕੇ ਆਪਣੇ ਵਿਚਾਰ ਦੱਸ ਰਹੇ ਹੋ। ਸਾਹਮਣੇ ਦੋ ਕੇਸਿਸ ਬਣ ਗਏ, ਕਿਹੜੇ ਕੇਸਿਸ ਬਣ ਗਏ? ਇੱਕ ਤਾਂ ਹੋ ਗਿਆ ਉਹ ਪਰਸਨ ਜਿਹਨੂੰ ਸ਼ਾਇਦ ਪੜ੍ਹਨਾ ਨਹੀਂ ਆਉਂਦਾ, ਠੀਕ ਹੈ, ਅਨਐਜੂਕੇਟਡ ਹੈ। ਦੂਸਰਾ ਹੋ ਗਿਆ ਚਲੋ ਜੀ ਮੈਨੂੰ ਤਾਂ ਪੜ੍ਹਨਾ ਆਉਂਦਾ, ਚਲੋ ਠੀਕ ਹੈ, ਤੁਹਾਨੂੰ ਪੜ੍ਹਨਾ ਆਉਂਦਾ, ਤੁਸੀਂ ਪੜ੍ਹੋ। ਤਾਂ ਹੁਣ ਤੁਸੀਂ ਲਿਖਤਾ, ਉਹਨਾਂ ਨੇ ਪੜ੍ਹ ਲਿਆ, ਉਹਨਾਂ ਨੇ ਤੁਹਾਡੇ ਵਿਚਾਰ ਸੁਣ ਲਏ, ਪਰ ਜੋ ਭਾਵ, ਜੋ ਫੀਲਿੰਗਸ ਆਪਾਂ ਕਿਤੇ ਨਾ ਕਿਤੇ ਬੋਲਦੇ ਹੋਏ ਐਕਸਪ੍ਰੈਸ ਕਰਦੇ ਹਾਂ, ਐਕਸਪ੍ਰੈਸ਼ਨਸ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹ ਕਿਤੇ ਨਾ ਕਿਤੇ ਲਿਖਣ ਦੇ ਵਿੱਚ ਨਹੀਂ ਆਉਂਦੀਆਂ। ਜਿਵੇਂ ਕਿ ਅੱਜ ਕੱਲ੍ਹ ਦਾ ਚੈਟ ਲਗਾ ਲਓ, ਚੈਟ ਕਰਦੇ ਕਰਦੇ ਨਹੀਂ ਪਤਾ ਲੱਗਦਾ ਕਿ ਕੋਈ ਸਾਹਮਣੇ ਵਾਲਾ ਤੁਹਾਨੂੰ ਗੁੱਸੇ 'ਚ ਬੋਲ ਰਿਹਾ, ਨੋਰਮਲ ਹੈ ਜਾਂ ਕਿੱਦਾਂ ਵੀ, ਹੈ ਨਾ। ਤਾਂ ਉੱਥੇ ਐਕਸਪ੍ਰੈਸ਼ਨਸ ਨਹੀਂ ਹੈਗੇ, ਫੀਲਿੰਗਸ ਨਹੀਂ, ਆਪਾਂ ਨੂੰ ਜਸਟ ਕੁਝ ਸ਼ਬਦ ਹੁੰਦੇ ਨੇ ਜੋ ਲਿਖ ਕੇ ਆਪਾਂ ਪੜ੍ਹ ਸਕਦੇ ਹੁੰਦੇ ਹਾਂ। ਤਾਂ ਉਹ ਕਿਤੇ ਨਾ ਕਿਤੇ ਮੁਸ਼ਕਿਲ ਕ੍ਰੀਏਟ ਕਰ ਸਕਦੇ ਨੇ, ਹੈ ਨਾ, ਸਮਝ ਮੁਸ਼ਕਿਲ ਹੀ ਹੁੰਦੀ ਹੈ ਇੱਕ ਤਰੀਕੇ ਦੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਮੌਖਿਕ ਭਾਸ਼ਾ ਉਹਨੂੰ ਸਮਝਣਾ ਕਾਫੀ ਆਸਾਨ ਹੁੰਦਾ, ਮਿਹਨਤ ਨਹੀਂ ਕਰਨੀ ਪੈਂਦੀ। ਔਰ ਦੂਸਰੀ ਗੱਲ, ਕਾਫੀ ਅੱਛੇ ਤਰੀਕੇ ਨਾਲ ਆਪਾਂ ਭਾਵਨਾਵਾਂ ਨੂੰ ਵੀ ਸਮਝ ਲੈਂਦੇ ਹਾਂ। ਹਰੇਕ ਵਿਚਾਰ ਲਿਖ ਕੇ ਪੇਸ਼ ਕਰਨਾ ਮੁਸ਼ਕਿਲ ਹੈ। ਅਗੇਨ ਉਹੀ ਚੀਜ਼ ਆ ਗਈ ਕਿ ਹਰ ਇੱਕ ਚੀਜ਼ ਆਪਾਂ ਜੇਕਰ ਲਿਖ ਕੇ ਦੱਸਾਂਗੇ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ। ਠੀਕ ਹੈ ਜੀ, ਸ਼ਖਸੀਅਤ ਦਾ ਪ੍ਰਭਾਵ ਪਾਉਣ ਦੇ ਲਈ ਹੁਣ ਜਿਵੇਂ ਤੁਸੀਂ ਬੋਲਦੇ ਹੋ ਉਸ ਦੇ ਨਾਲ ਆਪਣੀ ਪਰਸਨੈਲਿਟੀ ਦਾ ਪਤਾ ਲੱਗਦਾ। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ, ਤੁਸੀਂ ਕਿਸੇ ਨਵੇਂ ਪਰਸਨ ਨੂੰ ਮਿਲਦੇ ਹੋ, ਉਸ ਨਵੇਂ ਪਰਸਨ ਦੇ ਗੱਲ ਕਰਨ ਦਾ ਢੰਗ ਤੁਹਾਨੂੰ ਕਿਤੇ ਨਾ ਕਿਤੇ ਜਜਮੈਂਟਲ ਬਣਾ ਦਿੰਦਾ। ਤੁਸੀਂ ਉਸਦੇ ਪਹਿਲੀ ਵਾਰੀ ਗੱਲ ਕਰਨ ਦੇ ਢੰਗ ਦੇ ਨਾਲ ਇਹ ਅੰਦਾਜ਼ਾ ਜ਼ਰੂਰ ਲਗਾਉਂਦੇ ਹੋਵੋਗੇ ਕਿ ਹਾਂਜੀ ਇਹਨਾਂ ਦਾ ਨੇਚਰ ਅੱਛਾ ਹੈ, ਇਹ ਥੋੜ੍ਹਾ ਜਿਹਾ ਰੂਡ ਨੇਚਰ ਦੇ ਨੇ, ਇਹਨਾਂ ਦੀ ਬੋਲਣ ਵਾਲੀ ਅੱਛੀ ਹੈ, ਇਹ ਥੋੜ੍ਹੀ ਜਿਹੀ ਬੋਲਣ ਵਾਲੀ ਅੱਛੀ ਨਹੀਂ ਹੈ। ਤਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸ਼ਖਸੀਅਤ ਜੋ ਹੈ ਆਪਣੀ ਬਾਣੀ ਤੋਂ ਹੀ ਪਤਾ ਲੱਗਦੀ ਹੈ। ਔਰ ਆਪਣੀ
ਜੋ ਪ੍ਰਭਾਵ ਹੈ ਆਪਣੀ ਪਰਸਨੈਲਿਟੀ ਦਾ ਦੂਜੇ ਪਰਸਨ ਦੇ ਉੱਪਰ, ਉਹ ਆਪਣੀ ਬੋਲਣ ਬਾਣੀ ਤੋਂ ਹੀ ਪੈਂਦਾ ਹੈ। ਠੀਕ ਹੈ ਜੀ। ਸਵੈ ਪ੍ਰਗਟਾਵੇ ਵਿੱਚ ਸਹਾਇਕ ਓਬਵੀਅਸਲੀ ਆਪਣੇ ਆਪ ਨੂੰ ਅਗਰ ਤੁਸੀਂ ਐਕਸਪ੍ਰੈਸ ਕਰਦੇ ਹੋ, ਪ੍ਰਗਟਾਵਾ ਹੈ ਨਾ, ਉਹ ਸਾਰਾ ਕੁਛ ਬੋਲਣ ਬਾਣੀ ਨਾਲ ਹੀ ਹੈ, ਬੋਲਣ ਨਾਲ ਹੀ ਹੈ। ਸਿੱਖਿਆ ਖੇਤਰ ਵਿੱਚ ਲਾਭਕਾਰੀ ਹੁੰਦੀ ਹੈ, ਨੋ ਨੀਡ ਟੂ ਐਕਸਪਲੇਨ, ਸਭ ਨੂੰ ਆਲਰੇਡੀ ਪਤਾ ਹੈ। ਇਹ ਸਿਰਫ ਸਿੱਖਿਆ ਖੇਤਰ ਦੇ ਵਿੱਚ ਨਹੀਂ, ਹਰ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਲਾਭਕਾਰੀ ਹੈ। ਠੀਕ ਹੈ ਜੀ। ਭਾਸ਼ਾ ਦੇ ਸ਼ੁੱਧ ਰੂਪ ਨੂੰ ਕਾਇਮ ਰੱਖਣ ਦੇ ਲਈ ਅਤੇ ਸਿੱਖਣ ਦੇ ਲਈ ਜ਼ਰੂਰੀ ਹੈ। ਹੁਣ ਜੇਕਰ ਆਪਾਂ ਬੋਲਣਾ ਹੀ ਬੰਦ ਕਰ ਦੇਵਾਂਗੇ ਤਾਂ ਕਿਤੇ ਨਾ ਕਿਤੇ ਆਪਣੀ ਭਾਸ਼ਾ ਵੀ ਜੋ ਹੈ ਉਹ ਕੀ ਹੋਣੀ ਸ਼ੁਰੂ ਹੋ ਜਾਏਗੀ, ਗਾਇਬ ਹੋਣੀ ਸ਼ੁਰੂ ਹੋ ਜਾਏਗੀ। ਹੁਣ ਫੋਰ ਐਗਜ਼ਾਮਪਲ ਪੰਜਾਬੀ ਭਾਸ਼ਾ ਹੈ, ਆਪਾਂ ਸਾਰੇ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਹਾਂ, ਆਪਾਂ ਸਭ ਨੇ ਬੋਲਣਾ ਬੰਦ ਕਰਤਾ ਤਾਂ ਆਪਣੀ ਭਾਸ਼ਾ ਵੀ ਕੀ ਹੋ ਰਹੀ ਹੈ, ਗਾਇਬ ਹੀ ਹੋ ਰਹੀ ਹੈ। ਠੀਕ ਹੈ। ਤਾਂ ਮਤਲਬ ਜੇਕਰ ਤੁਸੀਂ ਭਾਸ਼ਾ ਨੂੰ ਸ਼ੁੱਧ ਰੱਖਣਾ ਚਾਹੁੰਦੇ ਹੋ ਤਾਂ ਇਹ ਚੀਜ਼ ਜ਼ਰੂਰੀ ਹੈ, ਸਿੱਖਣਾ ਵੀ ਜ਼ਰੂਰੀ ਹੈ। ਠੀਕ ਹੈ ਜੀ। ਕੋਈ ਵੀ ਚੀਜ਼ ਆਪਾਂ ਸਿੱਖਦੇ ਹਾਂ, ਆਪਾਂ ਹਰ ਇੱਕ ਫੋਰ ਐਗਜ਼ਾਮਪਲ ਤੁਸੀਂ ਕੋਈ ਟੀਚਰ ਹੋ ਹੈ ਨਾ, ਤੁਸੀਂ ਕਿਸੇ ਓਨਲੀ ਟੀਚਰ ਨਹੀਂ ਸਿਖਾਉਂਦਾ, ਆਪਾਂ ਸਾਰੇ ਇੱਕ ਦੂਜੇ ਨੂੰ ਕਿਵੇਂ ਨਾ ਕਿਵੇਂ ਸਿਖਾ ਦਿੰਦੇ ਹਾਂ। ਅਗਰ ਤੁਸੀਂ ਕਿਸੇ ਨੂੰ ਕੁਛ ਸਿਖਾ ਰਹੇ ਹੋ ਤਾਂ ਬੋਲ ਕੇ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ। ਠੀਕ ਹੈ। ਲਿਖ ਕੇ ਵੀ ਸਿਖਾ ਸਕਦੇ ਹੋ, ਬਟ ਜੋ ਚੀਜ਼ਾਂ ਤੁਸੀਂ ਬੋਲ ਕੇ ਵਧੀਆ ਐਕਸਪ੍ਰੈਸ ਕਰ ਸਕਦੇ ਹੋ, ਹਰ ਇੱਕ ਚੀਜ਼ ਲਿਖਣਾ ਪੋਸੀਬਲ ਨਹੀਂ ਹੁੰਦਾ। ਠੀਕ ਹੈ ਜੀ। ਇਹ ਇਸ ਦਾ ਮਹੱਤਵ ਤੇ ਲਾਭ ਸੀ, ਹੋਰ ਵੀ ਬਹੁਤ ਸਾਰੇ ਮਹੱਤਵ ਤੇ ਲਾਭ ਨੇ, ਬਟ ਜੋ ਮੈਨੂੰ ਕਾਫੀ ਜ਼ਿਆਦਾ ਇੰਪੋਰਟੈਂਟ ਲੱਗੇ ਉਹ ਮੈਂ ਤੁਹਾਡੇ ਸਾਹਮਣੇ ਰੱਖੇ। ਬੋਲ ਚਾਲ ਦੀ ਸਿੱਖਿਆ ਦਿੱਤੀ ਕਿਉਂ ਜਾਂਦੀ ਆ? ਹੁਣ ਕਹਿੰਦੇ ਬੋਲਣਾ ਚਾਲਣਾ ਤਾਂ ਸਭ ਨੂੰ ਆਲਰੇਡੀ ਆਉਂਦਾ ਹੀ ਹੈ, ਫਿਰ ਵੀ ਇਹਨੂੰ ਕਿਉਂ ਸਿਖਾਇਆ ਜਾਂਦਾ? ਹੁਣ ਦੇਖੋ, ਸਰਲ ਤੇ ਸਪਸ਼ਟ ਤਰੀਕੇ ਨਾਲ ਵਿਚਾਰ ਪੇਸ਼ ਕਰਨ ਦੀ ਯੋਗਤਾ ਦਾ ਵਿਕਾਸ ਕਰਨਾ। ਸਭ ਤੋਂ ਪਹਿਲਾ ਪੁਆਇੰਟ ਤੁਹਾਨੂੰ ਕਾਫੀ ਕੁਝ ਦੱਸ ਰਿਹਾ ਹੋਣਾ ਕਿ ਤੁਸੀਂ ਆਪਣੀ ਗੱਲ ਨੂੰ ਰੱਖਣਾ। ਹੁਣ ਬੋਲਣਾ ਸਭ ਨੂੰ ਆਉਂਦਾ ਹੈ, ਇੱਕ ਦੋ ਪਰਸਨਸ ਹੋ, ਇੱਕ ਪਰਸਨ ਨੇ ਪ੍ਰੋਪਰ ਘੁਮਾ ਫਿਰਾ ਕੇ ਗੱਲ ਨੂੰ ਰੱਖਿਆ ਕਿ 2 ਮਿੰਟ ਦੀ ਗੱਲ 10 ਮਿੰਟ ਦੀ ਬਣਾ ਦਿੱਤੀ, ਘੁਮਾ ਫਿਰਾ ਕੇ ਉਸਦੇ ਸਮਝ ਵੀ ਨਹੀਂ ਆਇਆ, ਹੈ ਨਾ, ਸਪਸ਼ਟ ਨਹੀਂ ਕਰ ਪਾਏ। ਔਰ ਆਪਾਂ ਇਹ ਸਿੱਖਣਾ ਹੈ ਕਿ ਆਪਾਂ ਵੱਡੀ ਤੋਂ ਵੱਡੀ ਗੱਲ ਨੂੰ ਛੋਟੇ ਤਰੀਕੇ ਨਾਲ ਕਿਵੇਂ ਐਕਸਪ੍ਰੈਸ ਕਰੀਏ ਔਰ ਈਜ਼ੀ ਬਣਾ ਦਈਏ ਉਸਨੂੰ, ਤਾਂ ਕਿ ਸਾਹਮਣੇ ਵਾਲਾ ਈਜ਼ੀਲੀ ਸਮਝ ਸਕੇ, ਇੱਕ ਦੂਸਰੇ ਸਪਸ਼ਟ ਕਰ ਸਕੇ ਕਿ ਹਾਂਜੀ ਜੋ ਮੇਰੇ ਵਿਚਾਰ ਨੇ ਉਹ ਹੈਗੇ ਕੀ ਨੇ। ਇਹ ਯੋਗਤਾ ਆਪਾਂ ਨੂੰ ਸਿੱਖਣ ਨਾਲ ਹੀ ਆਉਂਦੀ ਹੈ। ਸ਼ਬਦ ਭੰਡਾਰ ਅਤੇ ਗਿਆਨ ਭੰਡਾਰ ਦੇ ਵਿੱਚ ਵਾਧਾ ਹੁੰਦਾ, ਬਹੁਤ ਸਾਰੇ ਨਵੇਂ ਸ਼ਬਦ ਆਪਾਂ ਸਿੱਖਦੇ ਹਾਂ। ਠੀਕ ਹੈ। ਸਕੂਲ ਦੇ ਵਿੱਚ ਜਾ ਕੇ ਕਿਵੇਂ ਵੀ ਬਹੁਤ ਸਾਰੇ ਆਪਣੀ ਨੌਲੇਜ ਇੰਪਰੂਵ ਹੁੰਦੀ ਹੈ, ਸੋ ਦੈਟ ਵਾਜ਼ ਇੰਪੋਰਟੈਂਟ। ਸਵੈ ਵਿਸ਼ਵਾਸ ਨਾਲ ਵਿਚਾਰ ਪੇਸ਼ ਕਰਨਾ, ਆਪਣਾ ਜੋ ਕੌਨਫੀਡੈਂਸ ਦੇ ਨਾਲ ਆਪਣੇ ਵਿਚਾਰਾਂ ਨੂੰ ਰੱਖਣਾ। ਕਈ ਵਾਰੀ ਕੀ ਹੁੰਦਾ, ਤੁਹਾਡੇ ਕੋਲ ਵਿਚਾਰ ਤਾਂ ਬਹੁਤ ਸਾਰੇ ਹੁੰਦੇ ਨੇ, ਜਾਂ ਮੇਰੇ ਕੋਲ ਲਗਾ ਲਓ ਵਿਚਾਰ ਤਾਂ ਬਹੁਤ ਸਾਰੇ ਹੁੰਦੇ ਨੇ, ਬਟ ਆਪਾਂ ਉਸਨੂੰ ਕਿਤੇ ਨਾ ਕਿਤੇ ਆਪਣੇ 'ਚ ਇੰਨਾ ਆਤਮ ਵਿਸ਼ਵਾਸ ਨਹੀਂ ਹੁੰਦਾ, ਜੋ ਕੌਨਫੀਡੈਂਸ ਨਹੀਂ ਹੁੰਦਾ ਕਿ ਆਪਾਂ ਉਹਨੂੰ ਰੱਖ ਸਕੀਏ ਸਾਹਮਣੇ ਵਾਲੇ ਪਰਸਨ ਦੇ ਅੱਗੇ। ਕੋਈ ਭਾਸ਼ਣ ਦੇਣਾ ਹੈ, ਕੋਈ ਸਪੀਚ ਦੇਣਾ ਹੈ, ਇਹਨਾਂ ਚੀਜ਼ਾਂ ਲਈ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਆਪਾਂ ਸਿੱਖਦੇ ਹਾਂ, ਬੋਲ ਚਾਲ ਦੀ ਸਿੱਖਿਆ ਆਪਾਂ ਨੂੰ ਦਿੱਤੀ ਜਾਂਦੀ ਹੈ, ਸਕੂਲਾਂ ਦੇ ਵਿੱਚ ਲਗਾ ਲਓ ਜੋ ਕਿੱਦਾਂ ਵੀ, ਹੈ ਨਾ, ਇਹ ਸਾਰੀਆਂ ਚੀਜ਼ਾਂ ਕੌਨਫੀਡੈਂਸ ਰੇਜ਼ ਕਰਨਾ ਸਕੂਲਾਂ ਦੇ ਵਿੱਚ ਕੀਤਾ ਜਾਂਦਾ ਜ਼ਿਆਦਾਤਰ, ਤਾਂ ਉੱਥੇ ਆਪਣੇ ਇਹ ਚੀਜ਼ ਵੀ ਕੰਮ ਆਉਂਦੀ ਹੈ ਕਿ ਆਪਣਾ ਕੌਨਫੀਡੈਂਸ ਰੇਜ਼ ਹੁੰਦਾ, ਆਪਾਂ ਆਪਣੇ ਵਿਚਾਰ ਰੱਖ ਪਾਉਂਦੇ ਹਾਂ 10 ਜਣੇ ਅੱਗੇ ਜਾਂ 20 ਜਣੇ ਅੱਗੇ। ਠੀਕ ਹੈ ਜੀ। ਵਿਚਾਰਾਂ ਵਿੱਚ ਸੁਤੰਤਰਤਾ ਦੇ ਭਾਵ ਪੈਦਾ ਕਰਨਾ, ਵਿਚਾਰ ਸਭ ਦੇ ਅਲੱਗ-ਅਲੱਗ ਹੁੰਦੇ ਨੇ, ਕਈ ਵਾਰੀ ਕਿਸੇ ਦੇ ਵਿਚਾਰ ਮਿਲ ਜਾਂਦੇ ਨੇ ਇੱਕ ਦੂਸਰੇ ਪਰਸਨ ਨਾਲ, ਕਈ ਵਾਰੀ ਨਹੀਂ ਮਿਲਦੇ, ਤਾਂ ਉਹਨਾਂ ਦੇ ਵਿੱਚ ਸੁਤੰਤਰਤਾ ਹੁੰਦੀ ਹੈ, ਆਪਣੇ ਵਿਚਾਰ ਆਪਣੇ ਹੁੰਦੇ ਨੇ। ਠੀਕ ਹੈ। ਅਗਰ ਤੁਹਾਡੇ ਆਪਣੇ ਵਿਚਾਰ ਨੇ, ਤੁਸੀਂ ਬੋਲ ਕੇ ਉਸਨੂੰ ਐਕਸਪ੍ਰੈਸ ਕਰ ਰਹੇ ਹੋ, ਤਾਂ ਹੀ ਆਪਾਂ ਨੂੰ ਤੁਹਾਡੇ ਵਿਚਾਰਾਂ ਬਾਰੇ ਨੌਲੇਜ ਹੋਏਗੀ, ਤਾਂ ਸੁਤੰਤਰਤਾ ਹੁੰਦੀ ਹੈ। ਚੰਗੇ ਵਿਚਾਰਾਂ ਦੇ ਗੁਣ ਪੈਦਾ ਕਰਨਾ, ਹੁਣ ਜਦੋਂ ਆਪਾਂ ਦੂਸਰੇ ਪਰਸਨ ਨੂੰ ਸੁਣਾਂਗੇ, ਆਪਾਂ ਬੋਲਾਂਗੇ, ਦੂਸਰੇ ਨੂੰ ਸੁਣਾਂਗੇ, ਗੱਲਬਾਤ ਹੋਏਗੀ, ਫਿਰ ਹੀ ਆਪਣੇ ਜੋ ਵਿਚਾਰ ਨੇ, ਔਰ ਜੇਕਰ ਆਪਾਂ ਨੂੰ ਲੱਗ ਵੀ ਰਿਹਾ ਹੋਏਗਾ ਕਿ ਨਹੀਂ ਇਹ ਮੇਰੀ ਸੋਚ ਸਹੀ ਨਹੀਂ ਸੀ, ਤਾਂ ਸ਼ਾਇਦ ਆਪਾਂ ਉਸਨੂੰ ਚੇਂਜ ਕਰ ਲੈਂਦੇ, ਤਾਂ ਵਿਚਾਰ ਚੰਗੇ ਹੁੰਦੇ ਨੇ, ਹੈ ਨਾ। ਔਰ ਆਪਾਂ ਨੂੰ ਸਕੂਲ ਦੇ ਵਿੱਚ ਹਮੇਸ਼ਾ ਹੀ ਬਹੁਤ ਜ਼ਿਆਦਾ ਚੰਗੀ ਨੌਲੇਜ ਜੋ ਹੈ ਉਹ ਚੰਗਾ ਗਿਆਨ ਜੋ ਹੈ ਉਹ ਦਿੱਤਾ ਜਾਂਦਾ ਹੈ, ਤਾਂ ਕਿ ਆਪਾਂ ਅੱਗੇ ਜਾ ਕੇ ਵਧੀਆ ਨਾਗਰਿਕ ਬਣ ਸਕੀਏ। ਤਾਂ ਇਹ ਸਾਰਾ ਕੁਛ ਕਿਹਦੇ ਨਾਲ ਹੁੰਦਾ? ਬੋਲ ਚਾਲ ਦੀ ਸਿੱਖਿਆ ਦੇ ਨਾਲ ਹੀ ਹੁੰਦਾ। ਪੜ੍ਹਨ ਵਿੱਚ ਰੁਚੀ ਪੈਦਾ ਕਰਨਾ, ਅਗੇਨ ਸਿੰਪਲ ਜਿਹਾ ਪੁਆਇੰਟ ਹੈ। ਠੀਕ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਚੰਗਾ ਬੋਲਣ ਦੇ ਗੁਣ, ਹੁਣ ਚੰਗਾ ਬੋਲਣ ਦੇ ਗੁਣ ਕਿਹੜੇ ਹੁੰਦੇ ਨੇ? ਆਪਾਂ ਕਹਿੰਦੇ ਕਿ ਮੈਮ ਕਹਿ ਰਹੇ ਨੇ ਕਿ ਚੰਗਾ ਬੋਲਿਆ ਕਰੋ, ਹੈ ਨਾ, ਤਾਂ ਚੰਗਾ ਬੋਲਣ ਕਿਵੇਂ ਬੋਲੀਏ, ਕਿਹੜੇ ਕੁਆਲਿਟੀਜ਼ ਆਪਣੇ ਅੰਦਰ ਹੋਣੀਆਂ ਚਾਹੀਦੀਆਂ ਨੇ ਕਿ ਆਪਾਂ ਚੰਗਾ ਬੋਲ ਸਕੀਏ, ਸਾਹਮਣੇ ਵਾਲੇ ਪਰਸਨ ਦੇ ਲਈ ਵਧੀਆ ਆਪਾਂ ਪ੍ਰਭਾਵ ਉਹਨਾਂ ਦੇ ਉੱਪਰ ਛੱਡ ਸਕੀਏ। ਤਾਂ ਸਭ ਤੋਂ ਪਹਿਲਾਂ ਤਾਂ ਹੈ ਸਵੈ ਵਿਸ਼ਵਾਸ। ਕੋਈ ਵੀ ਅਗਰ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ। ਕੌਨਫੀਡੈਂਸ ਦੇ ਨਾਲ ਆਪਣੀ ਜੋ ਕਿਤੇ ਨਾ ਕਿਤੇ, ਹੁਣ ਫੋਰ ਐਗਜ਼ਾਮਪਲ ਤੁਸੀਂ ਕਿਤੇ ਹੌਲੀ ਗੱਲ ਕਰ ਰਹੇ ਹੋ, ਬਿਨਾਂ ਕੌਨਫੀਡੈਂਸ ਤੋਂ ਗੱਲ ਕਰ ਰਹੇ ਹੋ, ਇੱਕ ਬੜੇ ਕੌਨਫੀਡੈਂਟ ਹੋ ਕੇ ਆਪਣੇ ਜੋ ਵਿਚਾਰ ਨੇ ਤੁਸੀਂ ਰੱਖ ਪਾ ਰਹੇ ਹੋ ਸਾਰਿਆਂ ਸਾਹਮਣੇ, ਤਾਂ ਓਬਵੀਅਸਲੀ ਆਪਾਂ ਕੋਲ ਕਿਹਦੀ ਇਮੇਜ ਅੱਛੀ ਬਣੇਗੀ, ਹੈ ਨਾ। ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ, ਆਪਾਂ ਨੂੰ ਆਲਰੇਡੀ ਪਤਾ ਹੈ। ਸ਼ੁੱਧ ਅਤੇ ਸਪਸ਼ਟ ਹੋਣਾ ਚਾਹੀਦਾ, ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹ ਨਹੀਂ ਹੈਗਾ ਕਿ ਆਪਾਂ ਅਗਰ ਕੋਈ ਗੱਲ ਦੱਸ ਰਹੇ ਹਾਂ ਤਾਂ ਬਹੁਤ ਸਾਰੀਆਂ ਗਲਤੀਆਂ ਨੇ ਆਪਣੇ ਵਿਚਾਰ, ਅਗਰ ਆਪਾਂ ਕੋਈ ਇਨਫੋਰਮੇਸ਼ਨ ਦੱਸ ਰਹੇ ਹਾਂ ਫੋਰ ਐਗਜ਼ਾਮਪਲ, ਤਾਂ ਇਨਫੋਰਮੇਸ਼ਨ ਰੋਂਗ ਹੈ। ਤਾਂ ਸ਼ੁੱਧ ਹੋਣੇ ਚਾਹੀਦੇ ਨੇ, ਸਪਸ਼ਟ ਹੋਣੇ ਚਾਹੀਦੇ ਨੇ, ਉਹਨਾਂ ਦੇ ਜੋ ਵਰਡਸ ਨੇ ਉਹ ਸਹੀ ਹੋਣੇ ਚਾਹੀਦੇ ਨੇ। ਪੰਜਾਬੀ ਭਾਸ਼ਾ 'ਚ ਵਰਤ ਰਹੇ ਹੋ ਤਾਂ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਸਹੀ ਹੋਣੇ ਚਾਹੀਦੇ ਨੇ। ਸੁਭਾਵਿਕਤਾ ਹੋਣੀ ਚਾਹੀਦੀ ਹੈ ਜੀ, ਮਿਠਾਸ ਹੋਣੀ ਚਾਹੀਦੀ ਹੈ, ਪ੍ਰਭਾਵਸ਼ਾਲੀ ਬੋਲਣਾ, ਇਫੈਕਟਿਵ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਵਿਚਾਰਾਂ ਵਿੱਚ ਪ੍ਰਵਾਹ ਹੋਣਾ ਚਾਹੀਦਾ ਅਤੇ ਗਤੀਸ਼ੀਲਤਾ ਹੋਣੀ ਚਾਹੀਦੀ ਹੈ। ਬੱਚਿਆਂ ਦੇ ਮਾਨਸਿਕ ਪੱਧਰ ਦੇ ਅਨੁਕੂਲ ਹੋਣਾ ਚਾਹੀਦਾ, ਅਗੇਨ ਨੋਟ ਕਾਮਨ ਪੁਆਇੰਟ।
ਸੌਰੀ ਕਾਮਨ ਪੁਆਇੰਟ ਕਾਮਨ ਜਿਹਾ ਹੀ ਪੁਆਇੰਟ ਹੈ, ਬਲਕਿ ਜੇਕਰ ਤੁਸੀਂ ਬੱਚਿਆਂ ਦੇ 10th ਕਲਾਸ ਦੇ ਬੱਚਿਆਂ ਦੇ ਸਾਹਮਣੇ ਊੜਾ ਐੜਾ ਈੜੀ ਦੀ ਗੱਲ ਕਰੋਗੇ ਤਾਂ ਇਹ ਕਿਤੇ ਨਾ ਕਿਤੇ ਮਤਲਬ ਆਪਾਂ ਕਹਿ ਸਕਦੇ ਹਾਂ ਹਾਸੀ ਮਜ਼ਾਕ ਦੀ ਤਰ੍ਹਾਂ ਜਾਪੂਗਾ, ਹੈ ਨਾ, ਮਜ਼ਾਕ ਹੀ ਜਾਪੂਗਾ। ਅਗਰ ਤੁਸੀਂ ਛੋਟੇ ਬੱਚੇ ਦੇ ਅੱਗੇ ਸਾਈਨ ਕੋਸ ਥੀਟਾ ਐਕਸਪ੍ਰੈਸ ਕਰੋਗੇ ਕਿ ਹਾਂਜੀ ਆ ਸਾਈਨ ਹੁੰਦਾ ਹੈ, ਕੋਸ ਹੁੰਦਾ ਹੈ, ਇਹ ਕਿਰਿਆ ਹੁੰਦੀ ਹੈ, ਇਹ ਮਤਲਬ ਨਰਸਰੀ ਕਲਾਸ ਦੇ ਬੱਚਿਆਂ ਦੇ ਅੱਗੇ, ਤਾਂ ਉਹ ਸਭ ਕੁਛ ਉਹਨਾਂ ਦੇ ਉੱਪਰੋਂ ਲੰਘ ਜਾਊਗਾ, ਉਹਨਾਂ ਨੂੰ ਕੁਛ ਵੀ ਸਮਝ ਨਹੀਂ ਆਊਗਾ। ਤਾਂ ਬੱਚਿਆਂ ਦੇ ਜਿਹੜਾ ਮਾਨਸਿਕ ਪੱਧਰ ਹੈ ਉਸਨੂੰ ਧਿਆਨ ਵਿੱਚ ਰੱਖ ਕੇ ਹੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਉਹ ਸਮਝ ਸਕਣ ਮੌਕੇ ਅਤੇ ਸਥਿਤੀ ਦੇ ਅਨੁਸਾਰ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸਿਚੁਏਸ਼ਨ ਕੀ ਹੈ, ਉੱਥੇ ਕੀ ਬੋਲਣਾ ਹੈ, ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਜੋ ਕਿਤੇ ਨਾ ਕਿਤੇ ਸ਼ਾਇਦ ਆਪਾਂ ਗਲਤੀ ਕਰ ਜਾਂਦੇ ਹਾਂ, ਹੈ ਨਾ। ਜੋ ਸਿਚੁਏਸ਼ਨ ਹੈ, ਜੋ ਮੌਕਾ ਹੈ, ਉਸ ਦੇ ਅਨੁਸਾਰ ਹੀ ਗੱਲਬਾਤ ਕਰਨੀ ਚਾਹੀਦੀ ਹੈ। ਇੱਕ ਸੀਰੀਅਸ ਮੀਟਿੰਗ ਚੱਲ ਰਹੀ ਹੈ, ਉਸ ਦੇ ਵਿੱਚ ਆਪਾਂ ਹਾਸੀ ਠਿਠੋਲੀ ਕਰ ਰਹੇ ਹਾਂ ਜਾਂ ਕੋਈ ਮਜ਼ਾਕ ਸੁਣਾ ਰਿਹਾ, ਤਾਂ ਉਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਤਾਂ ਮੌਕੇ ਅਤੇ ਸਥਿਤੀ ਦੇ ਅਨੁਸਾਰ ਜੇਕਰ ਆਪਾਂ ਬੋਲਾਂਗੇ ਤਾਂ ਚੰਗਾ ਬੋਲਣਾ ਮੰਨਿਆ ਜਾਂਦਾ ਹੈ, ਠੀਕ ਹੈ ਜੀ। ਅਨੁਕੂਲ ਦਬਾਅ ਹੋਣਾ ਚਾਹੀਦਾ ਹੈ, ਭਾਵਾਂ ਅਨੁਸਾਰ ਉਤਰਾਅ ਚੜਾਅ ਹੋਣਾ ਚਾਹੀਦਾ ਹੈ, ਆਪਣੇ ਮਨ ਦੀ ਭਾਵਨਾ ਹੋਣੀ ਚਾਹੀਦੀ ਹੈ। ਤਾਂ ਆਈ ਥਿੰਕ ਜੋ ਸਾਰੇ ਪੁਆਇੰਟਸ ਹੀ ਬੜੇ ਸਿੰਪਲ ਜਿਹੇ ਨੇ, ਕਾਮਨ ਜਿਹੇ ਨੇ, ਜੋ ਆਪਾਂ ਨੂੰ ਆਲਰੇਡੀ ਪਤਾ ਨੇ, ਬਸ ਇੱਕ ਵਾਰੀ ਆਪਣੇ ਮਾਈਂਡ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਰਹਿੰਦੇ ਨਹੀਂ ਹੈਗੇ। ਤਾਂ ਇਹ ਕਰਕੇ ਮੈਂ ਸਪੈਸ਼ਲੀ ਇਹ ਪੁਆਇੰਟਸ ਲਿਖੇ, ਇਹ ਸਾਰੇ ਨੇ ਚੰਗਾ ਬੋਲਣ ਦੇ ਗੁਣ ਕਿਹੜੇ ਕਿਹੜੇ ਹੋਣੇ ਚਾਹੀਦੇ ਨੇ। ਹੁਣ ਆ ਜਾਓ ਜੀ ਪ੍ਰਾਇਮਰੀ ਪੱਧਰ। ਪ੍ਰਾਇਮਰੀ ਪੱਧਰ 'ਤੇ ਬੋਲਚਾਲ ਦੇ ਲਈ ਪਾਠਕ੍ਰਮ ਕਿਹੜਾ ਕਿਹੜਾ ਹੋਣਾ ਚਾਹੀਦਾ ਹੈ। ਆਪਾਂ ਛੋਟੇ ਬੱਚਿਆਂ ਨੂੰ ਬੋਲਣਾ ਸਿਖਾਉਣਾ ਹੈ ਔਰ ਵਧੀਆ ਬੋਲਣਾ ਸਿਖਾਉਣਾ ਹੈ, ਤਾਂ ਆਪਾਂ ਕਿਹੜੀਆਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਸਿਖਾ ਸਕਦੇ ਹਾਂ, ਕਿਹੜਾ ਪਾਠਕ੍ਰਮ ਆਪਣਾ ਹੋਣਾ ਚਾਹੀਦਾ। ਪ੍ਰਾਇਮਰੀ ਪੱਧਰ ਕਿਹੜਾ ਹੁੰਦਾ ਜੀ, 5th ਕਲਾਸ ਤੱਕ ਦਾ ਜੋ ਬੱਚੇ ਹੁੰਦੇ ਨੇ ਉਹ ਪ੍ਰਾਇਮਰੀ ਦੇ ਵਿੱਚ ਹੀ ਆਉਂਦੇ ਨੇ, ਤਾਂ ਉਹਨਾਂ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ। ਮਤਲਬ ਬੱਚੇ ਛੋਟੇ ਨੇ, ਹੈ ਨਾ। ਤਾਂ ਤੁਸੀਂ ਦੇਖਿਆ ਹੋਏਗਾ ਪਿਕਚਰਸ ਦਾ ਪ੍ਰਯੋਗ ਬਹੁਤ ਕੀਤਾ ਜਾਂਦਾ ਹੈ, ਪਿਕਚਰਸ ਦੇ ਨਾਲ ਬੱਚਿਆਂ ਨੂੰ ਊੜਾ ਐੜਾ ਸਿਖਾਇਆ ਜਾਂਦਾ ਹੈ। ਤੁਸੀਂ ਕਦੇ ਛੋਟੇ ਬੱਚੇ ਦੀਆਂ ਬੁੱਕਸ ਖੋਲ੍ਹ ਕੇ ਦੇਖਿਓ, ਤੁਹਾਨੂੰ ਅੱਖਰ ਘੱਟ ਤੇ ਪਿਕਚਰਸ ਵੱਧ ਨਜ਼ਰ ਆਉਣਗੀਆਂ, ਕਿਉਂਕਿ ਉਹ ਬੱਚੇ ਪਿਕਚਰਸ ਨਾਲ ਯਾਦ ਰੱਖਦੇ ਨੇ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀ ਭਾਸ਼ਾ ਅਧਿਆਪਨ ਦੇ ਵਿੱਚ, ਕਿ ਬੱਚਾ ਊੜਾ ਉੱਠ ਦੇ ਨਾਲ ਯਾਦ ਰੱਖਦਾ ਹੈ, ਉਸਦੀ ਇਮੇਜ ਦੇ ਨਾਲ ਯਾਦ ਰੱਖਦਾ ਹੈ ਕਿ ਹਾਂਜੀ ਉੱਠ ਤਾਂ ਊੜੇ ਦੀ ਗੱਲ ਹੋ ਰਹੀ ਹੈ, ਅੱਖ ਤਾਂ ਐੜੇ ਦੀ ਗੱਲ ਹੋ ਰਹੀ ਹੈ, ਹੈ ਨਾ। ਤਾਂ ਮਤਲਬ ਪਿਕਚਰਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਹਾਣੀ ਸੁਣਾਉਣਾ ਇੱਕ ਬਹੁਤ ਵਧੀਆ ਮੈਥਡ ਹੈ। ਛੋਟੇ ਬੱਚੇ ਕਹਿੰਦੇ ਨੇ ਦਾਦੀ ਨਾਨੀ ਨੇ ਇੱਕ ਬਹੁਤ ਕਹਾਣੀਆਂ ਸੁਣਾਈਆਂ, ਹੈ ਨਾ, ਤੁਹਾਨੂੰ ਵੀ ਸੁਣਾਈਆਂ ਹੋਣਗੀਆਂ। ਤਾਂ ਮਤਲਬ ਉਹ ਕਹਾਣੀਆਂ ਦੇ ਨਾਲ ਯਾਦ ਰੱਖਦੇ ਨੇ, ਕਹਾਣੀਆਂ ਉਹਨਾਂ ਨੂੰ ਇੰਟਰਸਟਿੰਗ ਲੱਗਦੀਆਂ ਨੇ, ਇਮੈਜੀਨੇਸ਼ਨ ਵਰਡ ਦੇ ਵਿੱਚ ਉਸ ਟਾਈਮ ਹੁੰਦੇ ਨੇ ਬੱਚੇ। ਤਾਂ ਮਤਲਬ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਜੋ ਭਾਸ਼ਾ ਹੈ ਉਹ ਇੱਥੋਂ ਵੀ ਸਿੱਖਦੇ ਨੇ, ਠੀਕ ਹੈ ਜੀ। ਪਹੇਲੀ ਪੁੱਛਣਾ, ਥੋੜ੍ਹੀ ਬਹੁਤ ਇੰਟਰਸਟਿੰਗ ਜਿਹੀਆਂ ਚੀਜ਼ਾਂ ਕਿ ਆਪਾਂ ਉਹਨਾਂ ਨੂੰ ਕੋਈ ਬੁਝਾਰਤ ਪਾਈ ਤਾਂ ਉਹ ਸੋਚਦੇ ਨੇ ਕਿ ਇਹਦਾ ਜਵਾਬ ਕੀ ਹੋ ਸਕਦਾ, ਤਾਂ ਇੱਦਾਂ ਦੀਆਂ ਗੱਲਾਂ, ਠੀਕ ਹੈ। ਉੱਚੇ ਸੁਰ ਨਾਲ ਪੜ੍ਹਨਾ, ਤੁਸੀਂ ਕਦੇ ਵੀ ਨੋਟਿਸ ਕੀਤਾ ਹੋਏਗਾ ਛੋਟੀਆਂ ਕਲਾਸਿਸ ਦੇ ਵਿੱਚ ਜੇਕਰ ਤੁਸੀਂ ਟੀਚ ਕਰਦੇ ਹੋ ਜਾਂ ਤੁਸੀਂ ਕਿਤੇ ਦੇਖਿਆ ਸਭ ਨੇ ਹੋਏਗਾ, ਕਿਉਂਕਿ ਆਪਾਂ ਵੀ ਛੋਟੇ ਕਲਾਸਿਸ ਦੇ ਵਿੱਚੋਂ ਲੰਘ ਕੇ ਆਏ ਹਾਂ। 5ਵੀਂ ਕਲਾਸ ਤੱਕ ਦੇ ਬੱਚੇ ਨੇ, ਜਦੋਂ ਉਹਨਾਂ ਨੂੰ ਲੈਸਨ ਪੜ੍ਹਾਇਆ ਜਾਂਦਾ ਹੈ ਜਾਂ ਪਾਠ ਪੜ੍ਹਾਇਆ ਜਾਂਦਾ ਹੈ ਜਾਂ ਕੁਛ ਵੀ, ਤਾਂ ਉੱਚੀ ਉੱਚੀ ਬੋਲ ਕੇ ਪੜ੍ਹਦੇ ਨੇ। ਇੱਕ ਬੱਚਾ ਬੋਲਦਾ, ਉਸਦੇ ਪਿੱਛੇ ਸਾਰੀ ਕਲਾਸ ਉੱਚੀ ਉੱਚੀ ਬੋਲ ਕੇ ਪੜ੍ਹਦੀ ਹੈ, ਠੀਕ ਹੈ। ਤਾਂ ਇਹਦੇ ਨਾਲ ਕੀ ਹੁੰਦਾ, ਉਹ ਸਹੀ ਤਰੀਕੇ ਨਾਲ, ਜੇਕਰ ਕੋਈ ਬੱਚੇ ਨੂੰ ਕੋਈ ਵਰਡ ਬੋਲਣ ਦੇ ਵਿੱਚ ਪ੍ਰੋਬਲਮ ਹੈ, ਫੋਰ ਐਗਜ਼ਾਮਪਲ ਬੱਚੇ ਨੂੰ ਦੂਰ ਨਹੀਂ ਬੋਲਣਾ ਆਉਂਦਾ ਇੱਕ ਬੱਚੇ ਨੂੰ, ਤਾਂ ਜਦੋਂ ਉਹ ਸਾਹਮਣੇ ਵਾਲਾ ਬੱਚਾ ਬੋਲਦਾ ਹੈ ਕਿ ਮੈਂ ਦੂਰ ਜਾ ਰਿਹਾ ਹਾਂ, ਔਰ ਸਾਰੇ ਬੱਚੇ ਉੱਚੀ ਉੱਚੀ ਰਿਪੀਟ ਕਰਦੇ ਨੇ ਕਿ ਮੈਂ ਦੂਰ ਜਾ ਰਿਹਾ ਹਾਂ, ਤਾਂ ਬਾਰ-ਬਾਰ ਬੋਲਣ ਨਾਲ ਉਹ ਸਿੱਖਦਾ ਹੈ, ਉਸਦੀ ਜੋ ਪ੍ਰੋਨਾਊਂਸੀਏਸ਼ਨ ਦੀ ਗਲਤੀਆਂ ਨੇ ਉਹ ਸੁਧਰਦੀਆਂ ਨੇ, ਠੀਕ ਹੈ ਜੀ। ਪ੍ਰਭਾਵਸ਼ਾਲੀ ਬੋਲਣਾ, ਠੀਕ ਹੈ, ਵੀ ਆਪਾਂ ਬੱਚਿਆਂ ਨੂੰ ਸਿਖਾਉਂਦੇ ਹਾਂ। ਪ੍ਰਸ਼ਨ ਉੱਤਰ ਵਿਧੀ ਮਤਲਬ ਕੁਐਸਚਨਿੰਗ ਆਨਸਰਿੰਗ ਕਰਨਾ, ਜਿਵੇਂ ਕਿ ਕਿਤੇ ਨਾ ਕਿਤੇ ਪਹੇਲੀ ਪੁੱਛਣਾ ਇਹਦਾ ਇੱਕ ਪਾਰਟ ਹੀ ਹੋ ਸਕਦਾ, ਠੀਕ ਹੈ। ਸਮੂਹਿਕ ਪਾਠ ਕਾਵਿ, ਸਾਰੇ ਇਕੱਠੇ ਪੜ੍ਹਦੇ ਨੇ, ਉਹੀ ਗੱਲ ਆ ਗਈ, ਉੱਚੀ ਜਦੋਂ ਬੋਲਦੇ ਨੇ ਤਾਂ ਸਾਰੇ ਇਕੱਠੇ ਪੜ੍ਹਦੇ ਨੇ, ਠੀਕ ਹੈ ਜੀ। ਨਾਟਕੀ ਕਿਰਿਆਵਾਂ, ਛੋਟੇ ਛੋਟੇ ਲੈਵਲ ਦੇ ਉੱਪਰ ਛੋਟੀ ਛੋਟੀ ਕਹਾਣੀਆਂ, ਛੋਟੀ ਛੋਟੀਆਂ ਨਾਟਕ ਜਿਵੇਂ ਕਿ ਬੱਚਿਆਂ ਦੇ ਕਰਵਾਏ ਜਾਂਦੇ ਨੇ, ਜਿਹਦੇ ਵਿੱਚ ਬੱਚੇ ਸਿੱਖਦੇ ਨੇ। ਬਾਲ ਸਭਾ, ਠੀਕ ਹੈ ਜੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਪ੍ਰੇਅਰ ਟਾਈਪਸ, ਠੀਕ ਹੈ। ਤਾਂ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਨੇ ਕਿਹਦੇ ਵਿੱਚ, ਪ੍ਰਾਇਮਰੀ ਪੱਧਰ 'ਤੇ, ਜੇਕਰ ਤੁਸੀਂ ਬੋਲਚਾਲ ਦੇ ਲਈ ਪਾਠਕ੍ਰਮ ਰੱਖਣਾ। ਹੁਣ ਅਗਰ ਆਪਾਂ ਗੱਲ ਕਰੀਏ ਮਿਡਲ ਸੈਕੰਡਰੀ ਦੇ ਵਿੱਚ ਬੱਚਿਆਂ ਨੂੰ ਕਿਵੇਂ ਬੋਲਣਾ ਸਿਖਾਇਆ ਜਾਵੇ, ਹੁਣ ਬਹੁਤਿਆਂ ਦਾ ਇਹ ਹੋਏਗਾ ਕਿ ਮਿਡਲ ਸੈਕੰਡਰੀ ਦੇ ਵਿੱਚ ਤਾਂ ਬੱਚੇ ਨੂੰ ਆਉਂਦਾ ਬੋਲਣਾ, ਬੱਚਿਆਂ ਨੂੰ ਬੋਲਣਾ ਆਉਂਦਾ, ਪਰ ਬੱਚਿਆਂ ਨੂੰ ਇਫੈਕਟਿਵ ਬੋਲਣਾ ਨਹੀਂ ਆਉਂਦਾ। 5ਵੀਂ ਕਲਾਸ ਤੱਕ ਜ਼ਿਆਦਾ ਉਹਨਾਂ ਦੇ ਉੱਪਰ ਉਹ ਚੀਜ਼ਾਂ ਨਹੀਂ ਹੁੰਦੀਆਂ, ਫਾਰਮਲ ਚੀਜ਼ਾਂ ਨਹੀਂ ਹੁੰਦੀਆਂ, ਸਾਰੀਆਂ ਇਨਫੋਰਮਲ ਹੁੰਦੀਆਂ ਨੇ। ਬੱਚੇ ਆਪਣੇ ਕੰਫਰਟ ਜ਼ੋਨ ਦੇ ਵਿੱਚ, ਇੱਕ ਵਾਰੀ ਤਾਂ ਇਹ ਚੀਜ਼ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪ੍ਰਾਇਮਰੀ ਪੱਧਰ ਦੇ ਵਿੱਚ ਬੱਚਿਆਂ ਦੀ ਜੋ ਸ਼ਬਦਾਵਲੀ ਹੈ, ਉਹਦੀ ਪ੍ਰੋਨਾਊਂਸੀਏਸ਼ਨ ਹੈ, ਉਹ ਸਾਰਾ ਕੁਝ ਕਰੈਕਟ ਹੋ ਜਾਵੇ, ਪਰ ਉਸਨੂੰ ਅੱਛੇ ਤਰੀਕੇ ਨਾਲ ਐਕਸਪ੍ਰੈਸ ਕਿਵੇਂ ਕਰਨਾ ਹੈ, ਫਾਰਮਲ ਵੇ ਦੇ ਵਿੱਚ ਕਿਵੇਂ ਗੱਲ ਕਰਨੀ ਹੈ, ਉਹ ਸਾਰਾ ਕੁਝ ਕਿਤੇ ਨਾ ਕਿਤੇ ਮਿਡਲ ਜਾਂ ਸੈਕੰਡਰੀ ਦੇ ਵਿੱਚ ਆ ਕੇ ਸਿੱਖਦਾ ਹੈ ਬੱਚਾ, ਠੀਕ ਹੈ। ਤਾਂ ਜਿਹੜੇ ਕਿ ਵਾਦ ਵਿਵਾਦ ਦਾ ਮਤਲਬ ਹੋ ਗਿਆ ਡਿਬੇਟ ਦਾ ਮਤਲਬ ਕੀ ਹੁੰਦਾ ਕਿ ਜਦੋਂ ਇੱਕ ਟੌਪਿਕ ਦੇ ਉੱਪਰ ਆਪਣੇ ਆਪਣੇ ਵਿਚਾਰ ਸੁਤੰਤਰ ਰੂਪ ਦੇ ਵਿੱਚ ਰੱਖੇ ਜਾਂਦੇ ਨੇ, ਠੀਕ ਹੈ, ਤਾਂ ਉਸਨੂੰ ਆਪਾਂ ਡਿਬੇਟ ਬੋਲਦੇ ਹਾਂ, ਵਾਦ ਵਿਵਾਦ ਬੋਲਦੇ ਹਾਂ। ਤਾਂ ਇਸ ਦੇ ਵਿੱਚ ਕਈ ਵਾਰੀ ਇੱਦਾਂ ਹੁੰਦਾ ਕਿ ਹਾਂਜੀ ਇਹ ਤਾਂ ਲੜ ਪਏ, ਹੈ ਨਾ, ਤਾਂ ਉਹ ਰੀਜ਼ਨ ਇਹ ਸਿਰਫ ਇਹੀ ਹੈ ਕਿ ਸ਼ਬਦਾਵਲੀ ਇਸ ਤਰੀਕੇ ਨਾਲ ਯੂਜ਼ ਕੀਤੀ ਜਾ ਸਕੇ ਤਾਂ ਕਿ ਬੱਚੇ ਜੋ ਹੈ ਅੱਛੇ ਤਰੀਕੇ ਨਾਲ ਆਪਣੇ ਵਿਚਾਰਾਂ ਨੂੰ ਰੱਖ ਸਕਣ, ਠੀਕ ਹੈ, ਬਿਨਾਂ ਗਲਤ ਸ਼ਬਦਾਵਲੀ ਬੋਲੇ। ਤਾਂ ਵਾਦ ਵਿਵਾਦ, ਭਾਸ਼ਣ ਪ੍ਰਤੀਯੋਗਿਤਾ,
ਭਾਸ਼ਣ ਪ੍ਰਤੀਯੋਗਿਤਾ ਹੋ ਗਈ। ਅਗਰ ਤੁਸੀਂ ਗੱਲ ਕਰੋ ਛੋਟੇ ਬੱਚੇ ਜੋ ਹੈ ਉਹ ਭਾਸ਼ਣ ਪ੍ਰਤੀਯੋਗਿਤਾ ਦੇ ਲਈ ਕਿਤੇ ਨਾ ਕਿਤੇ ਕਾਬਿਲ ਆਪਾਂ ਕਹਿ ਸਕਦੇ ਹਾਂ ਕਿ ਹਲੇ ਉਹ ਤਿਆਰ ਨਹੀਂ ਹੁੰਦੇ, ਹੈ ਨਾ। ਤਾਂ ਭਾਸ਼ਣ ਪ੍ਰਤੀਯੋਗਿਤਾ ਮਿਡਲ ਤੇ ਸੈਕੰਡਰੀ ਦੇ ਵਿੱਚ ਹੁੰਦੀ ਹੈ। ਭਾਸ਼ਣ ਬਹੁਤ ਹੀ ਜ਼ਿਆਦਾ ਫਾਰਮਲ ਵੇ ਦੇ ਵਿੱਚ ਲਿਖਿਆ ਗਿਆ ਹੁੰਦਾ। ਆਪਣੇ ਆਪਣੇ ਵਿਚਾਰ ਜੋ ਹੈ ਭਾਸ਼ਣ ਦੇ ਥਰੂ ਜੇਕਰ ਦੇਣੇ ਨੇ ਤਾਂ ਇੱਕ ਫਾਰਮਲ ਲਹਿਜਾ ਹੋਣਾ ਚਾਹੀਦਾ, ਚੰਗੇ ਸ਼ਬਦ ਹੋਣੇ ਚਾਹੀਦੇ ਨੇ, ਉਚਿਤ ਸ਼ਬਦ ਹੋਣੇ ਚਾਹੀਦੇ ਨੇ, ਠੀਕ ਹੈ। ਤਾਂ ਇਕੱਲੇ ਇਕੱਲੇ ਸ਼ਬਦ ਉੱਥੇ ਇੰਪੋਰਟੈਂਟ ਰੱਖਦਾ। ਖਬਰਾਂ ਪੜ੍ਹਨੀਆਂ, ਠੀਕ ਹੈ ਜੀ, ਇਹ ਵੀ ਬਿਲਕੁਲ ਹਾਇਰ ਕਲਾਸਿਸ ਦੇ ਵਿੱਚ ਕੀਤਾ ਜਾਂਦਾ ਤਾਂ ਕਿ ਬੱਚੇ ਸਿੱਖ ਸਕਣ। ਸਮੂਹਿਕ ਚਰਚਾ, ਗਰੁੱਪ ਡਿਸਕਸ਼ਨ ਕਿਸੇ ਇੱਕ ਟੌਪਿਕ ਦੇ ਉੱਪਰ ਆਪਣੇ ਆਪਣੇ ਵਿਊਜ਼ ਰੱਖਣਾ, ਗਰੁੱਪਸ ਦੇ ਵਿੱਚ ਬਹਿ ਕੇ ਉਸ ਟੌਪਿਕ ਦੇ ਬਾਰੇ ਡਿਸਕਸ ਕਰਨਾ, ਦੈਟ ਇਜ਼ ਸਮੂਹਿਕ ਚਰਚਾ। ਹਾਂਜੀ, ਨਾਟਕਾਂ ਵਿੱਚ ਭਾਗ। ਹੁਣ ਪਿੱਛੇ ਨਾਟਕ ਸੀ ਜੋ ਪ੍ਰਾਇਮਰੀ ਪੱਧਰ ਦੇ ਵਿੱਚ ਉਹ ਬੱਚਿਆਂ ਦੇ ਅਕੋਰਡਿੰਗ ਸੀ, ਥੋੜ੍ਹੇ ਹਾਸੀ ਠਿਠੋਲੀ ਵਾਲੇ ਛੋਟੇ ਛੋਟੇ ਨਾਟਕ, ਠੀਕ ਹੈ। ਇੱਥੇ ਜੋ ਨਾਟਕ ਨੇ ਉਹ ਥੋੜ੍ਹੇ ਹਾਇਰ ਲੈਵਲ ਦੇ ਨੇ, ਜਿਹਦੇ ਵਿੱਚ ਵਧੀਆ ਜਿਵੇਂ ਇਕਾਂਗੀ ਹੋ ਗਈ, ਕਿਸੇ ਇਕਾਂਗੀ ਨੂੰ ਐਕਸਪ੍ਰੈਸ ਕਰਨਾ, ਜਾਂ ਆਪਣੀ ਜੋ ਹਾਇਰ ਕਲਾਸਿਸ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਨਾਟਕ ਹੁੰਦੇ ਨੇ ਜਿੱਥੇ ਬਹੁਤ ਵਧੀਆ ਮੈਸੇਜ ਨੇ ਜੋ ਦਿੱਤੇ ਜਾਂਦੇ ਨੇ। ਹੁਣ ਉਹਨਾਂ ਨੂੰ ਪੇਸ਼ ਕਰਦੇ ਹੋਏ ਜੋ ਸ਼ਬਦਾਵਲੀ ਆ, ਬਹੁਤ ਸਾਰੇ ਨਵੇਂ ਵਰਡ ਬੱਚੇ ਸਿੱਖਦੇ ਨੇ ਕਿ ਅੱਛਾ ਇਹਦਾ ਮਤਲਬ ਇਹ ਹੁੰਦਾ ਹੈ ਨਾ। ਤਾਂ ਬਹੁਤ ਕਾਫੀ ਚੀਜ਼ਾਂ ਉਹਨਾਂ ਨੂੰ ਇਹਦੇ ਵਿੱਚ ਸਿੱਖਣ ਨੂੰ ਮਿਲਦੀਆਂ ਨੇ। ਕਹਾਣੀ ਸੁਣਾਉਣਾ, ਅਗੇਨ ਲੈਵਲ ਥੋੜ੍ਹਾ ਜਿਹਾ ਇਹਦੇ ਵਿੱਚ ਵੀ ਹਾਈ ਹੋ ਜਾਂਦਾ, ਠੀਕ ਹੈ ਜੀ, ਉੱਚੇ ਪੱਧਰ ਦੀਆਂ ਹੋ ਜਾਂਦੀਆਂ ਨੇ। ਪਾਠ ਪੁਸਤਕਾਂ ਸੰਬੰਧੀ ਅਭਿਆਸ। ਨੈਕਸਟ ਅਗਰ ਆਪਾਂ ਗੱਲ ਕਰੀਏ ਆਲੋਚਨਾਤਮਕ ਮੁਕਾਬਲੇ, ਜਿਹਦੇ ਵਿੱਚ ਉਹ ਕੀ ਕਰਦੇ ਨੇ, ਆਪਣੇ ਵਿਊਜ਼ ਰੱਖਦੇ ਨੇ। ਤਾਂ ਇਹ ਸਾਰਾ ਕੁਝ ਕਿਹਦੇ ਵਿੱਚ ਹੁੰਦਾ ਜੀ, ਥੋੜ੍ਹਾ ਜਿਹਾ ਹਾਇਰ ਮਤਲਬ ਮਿਡਲ ਤੇ ਸੈਕੰਡਰੀ ਦੇ ਵਿੱਚ ਹੁੰਦਾ। ਹੁਣ ਇਹ ਤਾਂ ਸੀ ਕਿ ਬੱਚਿਆਂ ਨੂੰ ਸ਼ੁੱਧ ਬੋਲਣ ਦੇ ਲਈ ਕਿਵੇਂ ਸਿਖਾਇਆ ਜਾਵੇ। ਹੁਣ ਅਗਰ ਫਿਰ ਵੀ ਬੱਚੇ ਸ਼ੁੱਧ ਨਹੀਂ ਬੋਲਦੇ, ਅਸ਼ੁੱਧ ਬੋਲਦੇ ਨੇ, ਤਾਂ ਉਹਦੇ ਕੀ ਕਾਰਨ ਹੋ ਸਕਦੇ ਨੇ। ਸਭ ਤੋਂ ਪਹਿਲਾ ਕਾਰਨ ਹੈਗਾ ਸਰੀਰਕ ਤੇ ਵਿਅਕਤੀਗਤ ਕਾਰਨ ਦਾ ਮਤਲਬ ਕੀ ਹੈ ਕਿ ਜੋ ਆਪਣੇ ਫਿਜ਼ੀਕਲ ਸਟਰਕਚਰ ਹੈ ਕਿਤੇ ਨਾ ਕਿਤੇ ਸ਼ਾਇਦ ਉਸ ਦੇ ਵਿੱਚ ਕੋਈ ਕਮੀ ਹੈ। ਸਭ ਤੋਂ ਪਹਿਲਾਂ ਤਾਂ ਹੈ ਉਚਾਰਨ ਯੰਤਰ ਵਿੱਚ ਦੋਸ਼, ਜਿਵੇਂ ਆਪਣੀ ਕੋਈ ਜੀਭ, ਕਈ ਵਾਰੀ ਬੋਲਣ ਦੇ ਵਿੱਚ ਤਕਲੀਫ ਹੁੰਦੀ ਹੈ, ਜਿਹਦੇ ਕਰਕੇ ਕਈ ਵਾਰੀ ਬੱਚੇ ਤੁਤਲਾ ਬੋਲਦੇ ਨੇ ਜਾਂ ਬੋਲ ਹੀ ਨਹੀਂ ਪਾਉਂਦੇ, ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਿ ਆਪਣਾ ਕਿਤੇ ਨਾ ਕਿਤੇ ਗਲੇ ਦੇ ਵਿੱਚ ਜਾਂ ਜੀਭ, ਤਾਲੂ, ਇਹਨਾਂ ਚੀਜ਼ਾਂ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਆਪਾਂ ਨਹੀਂ ਬੋਲ ਪਾਉਂਦੇ, ਹੈ ਨਾ। ਤਾਂ ਉਚਾਰਨ ਯੰਤਰ ਦੇ ਵਿੱਚ ਪ੍ਰੋਬਲਮ। ਜਲਦਬਾਜ਼ੀ ਵਿੱਚ ਬੋਲਣਾ, ਕਾਹਲੀ ਜਦੋਂ ਆਪਾਂ ਬੋਲਦੇ ਹਾਂ ਤਾਂ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਕਹਿਣਾ ਕੁਛ ਹੋਰ ਹੁੰਦਾ, ਨਿਕਲ ਕੁਛ ਹੋਰ ਜਾਂਦਾ, ਉਹ ਗਰਮ ਹੋ ਜਾਂਦਾ। ਤਾਂ ਜਲਦਬਾਜ਼ੀ ਦੇ ਵਿੱਚ ਬੋਲਣਾ ਵੀ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ। ਆਦਤਾਂ ਹੁੰਦੀਆਂ ਨੇ, ਜਿਵੇਂ ਕਿ ਅੱਜ ਕੱਲ੍ਹ ਦੀ ਆਦਤ ਪਈ ਹੋਈ ਹੈ। ਅਗਰ ਆਪਾਂ ਗੱਲ ਕਰੀਏ, ਪਲੀਜ਼ ਐਵੇਂ ਪੈਂਦਾ ਬਟ ਲਿਖਿਆ ਕਿਵੇਂ ਜਾਂਦਾ, ਐਵੇਂ। ਚੈਟ ਨੇ ਕਾਫੀ ਕੁਛ ਚੇਂਜ ਕਰਤਾ। ਔਰ ਇਸੇ ਤਰੀਕੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਹੁੰਦਾ, ਆਪਾਂ ਨੂੰ ਆਦਤ ਪੈ ਜਾਂਦੀ ਹੈ ਪੂਰਾ ਬੋਲਣ ਦੀ ਜਗ੍ਹਾ ਆਪਾਂ ਸੋਚਦੇ ਹਾਂ ਕਿ ਇੰਨਾ ਲੰਬਾ ਕੌਣ ਬੋਲੇਗਾ, ਆਪਾਂ ਛੋਟੇ ਛੋਟੇ ਵਰਡ ਉਸ ਦੇ ਵਿੱਚ ਦੀ ਜਗ੍ਹਾ 'ਤੇ ਬੋਲਣੇ ਸ਼ੁਰੂ ਕਰ ਦਿੰਦੇ ਹਾਂ, ਸ਼ਾਰਟ ਫਾਰਮ ਯੂਜ਼ ਕਰਨੀ ਸ਼ੁਰੂ ਕਰ ਦਿੰਦੇ ਹਾਂ। ਤਾਂ ਉਹ ਕਿਤੇ ਨਾ ਕਿਤੇ ਆਪਣੀ ਭਾਸ਼ਾ ਨੂੰ ਵੀ ਵਿਗਾੜਦਾ ਐਂਡ ਆਪਣੀ ਕਨਵਰਸੇਸ਼ਨ ਵੀ ਚੰਗੀ ਨਹੀਂ ਲੱਗਦੀ, ਠੀਕ ਹੈ ਜੀ। ਆਪਣੀ ਜੋ ਬੋਲ ਹੈ, ਉਹ ਬਾਣੀ ਹੈ, ਉਹ ਵੀ ਚੰਗੀ ਨਹੀਂ ਲੱਗਦੀ। ਤਾਂ ਇਹ ਬਹੁਤ ਗਲਤ ਜੋ ਆਦਤਾਂ ਨੇ, ਦੋਸ਼ਪੂਰਨ ਨੇ, ਠੀਕ ਹੈ ਜੀ, ਦੋਸ਼ਪੂਰਨ ਆਦਤਾਂ ਛੋਟਾ ਕਰਕੇ ਬੋਲਣ ਦੀਆਂ। ਹੋਰ ਇਸ ਦੇ ਕੀ ਕਾਰਨ ਹੋ ਸਕਦੇ ਨੇ? ਹੋਰ ਇਸ ਦੇ ਕਾਰਨ ਹੋ ਸਕਦੇ ਨੇ ਸਮਾਜਿਕ ਕਾਰਨ ਕਿਹੜੇ ਹੁੰਦੇ ਨੇ ਜੀ। ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਕਾਰਨ ਹੈਗੇ ਨੇ ਸਮਾਜ ਦੇ ਵਿੱਚ ਵੀ, ਹੈ ਨਾ, ਬਟ ਕਿਹੜੇ ਕਾਰਨ ਨੇ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਅਸ਼ੁੱਧ ਉਚਾਰਨ ਸੁਣਨ ਦਾ ਪ੍ਰਭਾਵ। ਹੁਣ ਤੁਸੀਂ ਸੁਸਾਇਟੀ ਦੇ ਵਿੱਚ, ਛੋਟਾ ਬੱਚਾ ਹੈ, ਸੁਸਾਇਟੀ ਦੇ ਵਿੱਚ ਉਹ ਕੀ ਕਰ ਰਿਹਾ, ਗਲਤ ਸੁਣ ਰਿਹਾ, ਤਾਂ ਓਬਵੀਅਸਲੀ ਉਹ ਗਲਤ ਬੋਲੇਗਾ। ਗਲਤ ਪ੍ਰੋਨਾਊਂਸੀਏਸ਼ਨ ਸੁਣ ਰਿਹਾ ਕਿਸੇ ਚੀਜ਼ ਦੀ, ਜਾਂ ਗਲਤ ਸ਼ਬਦ ਸੁਣ ਰਿਹਾ, ਜਾਂ ਵਧੀਆ ਤਰੀਕੇ ਨਾਲ ਨਹੀਂ ਉਹ। ਹੁਣ ਆਪਾਂ ਕਹਿੰਦੇ ਹਾਂ ਕਿ ਬੱਚੇ ਦੀ ਬੋਲਣ ਬਾਣੀ ਉਸਦੀ ਫੈਮਿਲੀ ਦੇ ਉੱਪਰ ਡਿਪੈਂਡ ਕਰਦੀ ਹੈ, ਘਰ ਦੇ ਉੱਪਰ ਡਿਪੈਂਡ ਕਰਦੀ ਹੈ, ਉਹਦੀ ਸੁਸਾਇਟੀ ਦੇ ਉੱਪਰ ਡਿਪੈਂਡ ਕਰਦੀ ਹੈ। ਇਹ ਇੱਕ ਕਾਰਨ ਹੈ ਕਿ ਜਿਵੇਂ ਦਾ ਉਹ ਸੁਣੇਗਾ ਉਵੇਂ ਦਾ ਉਹ ਬੋਲੇਗਾ, ਚਾਹੇ ਉਹ ਗਲਤ ਸ਼ਬਦ ਯੂਜ਼ ਕਰ ਰਿਹਾ, ਚਾਹੇ ਗਲਤ ਪ੍ਰੋਨਾਊਂਸੀਏਸ਼ਨ ਕਰ ਰਿਹਾ। ਉਹ ਸਭ ਦੇ ਰੀਜ਼ਨ ਕੀ ਨੇ? ਆਪਣਾ ਜੋ ਇਨਵਾਇਰਮੈਂਟ ਹੈ, ਠੀਕ ਹੈ ਜੀ। ਜੇਕਰ ਉਹ ਉਚਿਤ ਉਚਾਰਨ ਸੁਣੇਗਾ ਤਾਂ ਉਚਿਤ ਉਚਾਰਨ ਦਾ ਤਾਂ ਪ੍ਰਭਾਵ ਪਏਗਾ ਹੀ ਪਏਗਾ। ਅਧਿਆਪਕ ਦੀ ਅਯੋਗਤਾ ਇੱਥੇ ਇਹ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਅਧਿਆਪਕ ਵੀ ਸਹੀ ਪ੍ਰੋਨਾਊਂਸ ਨਹੀਂ ਕਰ ਰਿਹਾ ਜਾਂ ਉਸਨੂੰ ਰੋਕ ਨਹੀਂ ਪਾ ਰਿਹਾ, ਹੈ ਨਾ। ਇਹਦੇ ਹੁਣ 2-3 ਚੀਜ਼ਾਂ ਆ ਜਾਂਦੀਆਂ ਨੇ। ਇੱਕ ਤਾਂ ਹੋ ਗਿਆ ਕਿ ਅਧਿਆਪਕ ਖੁਦ ਹੀ ਗਲਤ ਬੋਲ ਰਿਹਾ, ਰੂਡ, ਆਪਾਂ ਕਹਿ ਸਕਦੇ ਹਾਂ ਕਿ ਵਧੀਆ ਸ਼ਬਦ ਨਹੀਂ ਬੋਲ ਰਿਹਾ, ਠੀਕ ਹੈ, ਗਲਤ ਪ੍ਰੋਨਾਊਂਸੀਏਸ਼ਨ ਹੈ, ਜੇ ਪੰਜਾਬੀ ਉਹਨੂੰ ਖੁਦ ਨਹੀਂ ਆਉਂਦੀ। ਹੋਰ ਇਹਦੇ ਕੀ ਕਾਰਨ ਹੋ ਸਕਦੇ ਨੇ ਕਿ ਉਹਨੂੰ ਸਭ ਕੁਛ ਆਉਂਦਾ ਹੈ, ਸਹੀ ਉਹ ਹੈ, ਬਿਲਕੁਲ ਅੱਛੇ ਤਰੀਕੇ ਨਾਲ ਉਹ ਬੋਲਦਾ, ਪਰ ਜਦੋਂ ਬੱਚਾ ਬੋਲਦਾ ਤਾਂ ਉਸਨੂੰ ਸੁਧਾਰਿਆ ਨਹੀਂ ਜਾ ਰਿਹਾ, ਉਸਨੂੰ ਸਮਝਾਇਆ ਨਹੀਂ ਜਾ ਰਿਹਾ, ਠੀਕ ਹੈ। ਤਾਂ ਅਧਿਆਪਕ ਦੀ ਅਯੋਗਤਾ ਬਹੁਤ ਵੱਡਾ ਰੀਜ਼ਨ ਹੈ, ਠੀਕ ਹੈ ਜੀ। ਮਾਪਿਆਂ ਦਾ ਲਾਡ ਪਿਆਰ ਹੁਣ ਤੁਸੀਂ ਸੋਚੋਗੇ ਇਹ ਕਿਵੇਂ ਆ ਗਿਆ, ਤਾਂ ਮਾਪਿਆਂ ਦਾ ਲਾਡ ਪਿਆਰ ਵੀ ਇੱਕ ਸਮਾਜਿਕ ਕਾਰਨ ਹੁੰਦਾ ਹੈ। ਜਿਵੇਂ ਕਿ ਛੋਟੇ ਬੱਚੇ ਕਦੇ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਕੱਲ੍ਹ ਵੀਡੀਓਜ਼ ਬਹੁਤ ਚੱਲਦੀਆਂ ਰਹਿੰਦੀਆਂ ਨੇ, ਛੋਟੇ ਬੱਚੇ ਕੀ ਕਰਦੇ ਨੇ, ਗਲਤ ਵਰਡ ਬੋਲਦੇ ਨੇ,
है ना, अच्छे शब्दों की वरतों नहीं करते हुए गलत वर्ड बोलते हैं। तो शायद हो सकता नवां जो बोलना बच्चा शुरू करता तो क्यूट लगता हो, मैनू नहीं लगता खैर ये चीज़ां क्यूट, बट कई बार अपने अपने व्यूज़ होंगे ने। तो उत्थे बच्चे की करते हैं, पेरेंट्स की करते हैं, खुश होंगे हैं कि हाँ जी देखो, है ना। तो रोकन की बजाय किते ना किते जो हस के खुश होंगे तो बच्चा उत्साहित होंगे, तो फिर उस तो बाद जो बड़ा होकर उही शब्द दोबारा गलत शब्दावली की वरतों करता तो बहुत ज़्यादा अजीब तो आप कहने फिर रोके तो भी नहीं रुकना, वो चीज़ हो जाती है। तो लाड प्यारी होंगे एक तरीके का, ये जस्ट एक एग्जाम्पल सी, बाकी होर भी बहुत सारे रीजन होंगे हैं। आदर्श नमूने की कमी, आदर्श नमूने की कमी, हर एक बच्चा जो है किसी न किसी को आइडल मानता है ना, जो ही नहीं होएगा तो अच्छे तरीके नाल अपनी जो शख्सियत है वो नहीं निखार पाता, ठीक है जी। जो गलत अगर वो आदर्श चुन लेंदा है, आइडियल गलत चुन लेंदा है तो फिर उत्थे भी प्रॉब्लम आ जाती है। तो ये सारे कारण की होंगे ने, समाजिक कारण होंगे ने। नैक्सट अगर आप गल करिए भूगोलिक कारण, भूगोलिक कारण किहड़े होंगे ने, उपबोलियाँ, ठीक है जी। उपबोलियाँ का मतलब की हो गया, हुण जिवें पंजाबी भाषा है, एक प्रॉपर सही पंजाबी भाषा सबनों आपां कहने हैं पूरे पंजाब दे विच होनी चाहिए है, पर एवें नहीं होंदा। मालवे वाल किवें होर बोलिया जाता है, ਅੰਮ੍ਰਿਤਸਰ वाली साइड पर पंजाबी भाषा बिल्कुल डिफरेंट बोली जाती है, कौन आंडिया जे जान डिया जे, तो ये चीज़ां ने जिहड़ियां किते ना किते अपनी भाषा नूं ही डिफरेंट डिफरेंट कर दिंदियां ने। और यही भी कारण है कि सही जो पंजाबी आ वो अपने इन्वायरमेंट ये रीजन बन गया, भूगोलिक कारण हो गए, ठीक है जी। तो दैट वाज अ रीजन। गुआढ़ी राज्य दीयां बोलियां का प्रभाव भी अपने ते पैंदा है, ये भी दूसरा कारण है, ठीक है जी। मनोविग्यानिक कारण, मनोविग्यानिक कारण किहड़े हुंदे ने, साइकोलॉजिकल कारण की कारण ने जिहड़ा बच्चा नहीं बोल पा रहा, डर ते पै कॉन्फिडेंस नहीं हैगा, डर लग रहा है ना, तुसीं अपने विचार नहीं रख पा रहे, तो वो भी एक कारण है। स्वै विश्वास की कमी, वही आ गया जी कॉन्फिडेंस की कमी, तो तुलाना, तो जेकर बच्चा तो तुला रहा है तो किते ना किते गल करन तो बहुत झिझकेगा, बोलन तो बहुत झिझकेगा, ठीक है। हीन भावना या भावनात्मक सुरक्षा की अनहोंद, कहना हीन भावना का मतलब की हो गया ईगोइस्टिक होना, कि अगर आप हीन भावना के आके सामने वाले परसन नाल गल ही ना करिए तो थोड़ी कन्वरसेशन कदे भी अच्छी हो ही नहीं सकती। दो परसनस अपने आपस दे विच उदों वधिया तरीके नाल गलबात कर सकते हैं जो दोनों ही प्रॉपर अच्छे तरीके नाल अपने विचार रख पा रहे होण। तो हीन भावना बहुत वड्डा रीजन है, ठीक है। अज के टाइम दे विच मानसिक गुंझलां, ठीक है, दिमाग दे विच विचारां दा बहुत ज़्यादा आपां कहने आ कि उलझा होया जो कारण, उलझिया होना एक कारण हैगा कि आपां प्रॉपरली अपने विचार ही नहीं रख पा रहे, ठीक है जी। तो ये है अपने मनोविग्यानिक कारण। हुण ये आपां नूं पता लग गया कि बच्चे शुद्ध उच्चारण करते क्यों नहीं। हुण आपां करांगे इन्हां नूं ठीक, कि इन्हां नूं तां जे ठीक करन दी जरूरत है, तो किहड़े-किहड़े तरीके आपां नूं अपनाने चाहिए ने। देखो जेकर आपां गल करिए कि आपां क्या सी कि बच्चा शायद सही नहीं बोल पा रहा, क्योंकि क्या किते ना किते शायद उहदे उच्चारण फिजिकली प्रॉब्लम है जां गला तंत जो कुछ भी है ना, बच्चा बोल नहीं पाता, तो उहदा इलाज करवाया जाना चाहिए, इग्नोर नहीं करना चाहिए, ठीक है। एज अ टीचर अपनी ड्यूटीज़ बनदियां ने, जो एज अ पेरेंट, ठीक है। तो उहदा इलाज बहुत जरूरी है। अगर वो इलाज करवा के हुण ऐ तां है नहीं कि डॉक्टर ने कहा जी हाँ जी ठीक है तो नाल दी नाल ठीक हो जाएगा, डॉक्टर भी तुहानूं ये गल कहेगा कि असीं अपनी ड्यूटी करती, हुण तुसीं अपनी ड्यूटी करो, इससे प्रॉपरली अभ्यास करवाओ, मतलब हौली हौली इसनूं रोज़ रोज़ बोलण लई कहोगे तो बोलण लाओगे तो ये बोलेगा, ठीक है। तो वो अपने कोल सिर्फ इस चीज़ दे विच नहीं हैगी, बल्कि हर एक चीज़ दे विच जेकर तुहाडा कोई स्टूडेंट गलत भी प्रोनाउंसिएशन करता है कोई वर्ड दी, लाइक जिवें मैं तुहानूं दस्सिया सी कि बच्चे नूं दूर नहीं बोलना आंदा, तो रोज़ रोज़ उसदी अभ्यास करवाओ, तो थोड़े दिनों बाद उसकी जो मतलब गलती है वो सुधर जाएगी, ठीक है। तो अभ्यास बहुत जरूरी है। पंजाबी भाषा दी धुनियां का विशेष ज्ञान होना चाहिए है, धुनियां का अगर ज्ञान होएगा तो ही उन्होंने वरत्या जा सकता है। सावधानी पूर्वक उच्चारण करना चाहिए है, जिवें मैं तुहानूं दस्सिया सी कि जल्दी जल्दी बोलना है ना, तो इन्हां चीज़ों का ध्यान रखना चाहिए है। जल्दबाजी नहीं करनी चाहिए, ठीक है। सोच समझ के आपां नूं ध्यान नाल लहजे तरीके दे नाल बोलना चाहिए है। विश्राम चिन्ह का विशेष ध्यान रखना चाहिए है, कित्थे रुकना है, कित्थे थोड़ा जिहा हौली बोलना है। पिच जिन्होंने आप कह दें जिवें थैंक यू, तुसीं कदे भी थैंक यू बोलते होंगे तो थैंक तुसीं उच्ची आवाज़ दे बोलते हो, यू तुसीं हौली आवाज़ दे बोलते हो, मतलब बहुत सारिया चीज़ां होंदियां ने कि कित्थे आवाज़ उच्ची हौली रुकना, क्वेश्चन मार्क। तो विश्राम चिन्ह का बहुत अच्छे तरीके नाल ज्ञान होना जरूरी है। पाठ पुस्तकां दी शुद्ध पाठ के उपर जोर देना चाहिए है। विश्लेषण विधि का प्रयोग करना चाहिए है, अनुकरण विधि का प्रयोग करना चाहिए है, ठीक है जी, क्लीयर है। अनुकरण विधि केड़ी होएगी, आपको पता ही है कि नकल मार के, है ना, कि बच्चा अगर तो आप प्रॉपर नहीं बोल पा रहा तो उन्होंने कहो कि मेरी कॉपी कर, मेरी नकल कर, तो तुसीं सही बोलो तो बच्चा तुहाडे पिछे पिछे तुहाडी नकल करेगा। दैट वाज द अनुकरण विधि। दोहराई ते अभ्यास,
ਸਿੰਪਲ ਹੈ, ਠੀਕ ਹੈ। ਭਾਵਾਂ ਅਨੁਸਾਰ ਧੁਨੀਆਂ ਦਾ ਉਚਿਤ ਉਤਰਾਅ ਚੜਾਅ, ਠੀਕ ਹੈ, ਭਾਵਾਂ ਦੇ ਅਨੁਸਾਰ ਐਕਸਪ੍ਰੈਸ ਕਰਨਾ ਚਾਹੀਦਾ। ਇਹ ਇੱਕ ਪੁਆਇੰਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲਿਖਣ ਦੇ ਵਿੱਚ ਮਿਸਿੰਗ ਰਹਿੰਦਾ, ਤਾਂ ਬੋਲਣ ਦੇ ਵਿੱਚ ਇਸ ਕਮੀ ਨੂੰ ਮਿਸਿੰਗ ਨਹੀਂ ਰੱਖਣਾ ਚਾਹੀਦਾ। ਐਵੇਂ ਨਹੀਂ ਹੈਗਾ ਕਿ ਅਗਰ ਤੁਸੀਂ ਵਿਚਾਰ ਬੋਲ ਰਹੇ ਹੋ ਤਾਂ ਬਿਲਕੁਲ ਸਿੱਧੀ ਲਾਈਨ ਦੇ ਵਿੱਚ ਜਿਵੇਂ ਕੋਈ ਲਾਈਨ ਪੜ੍ਹ ਰਹੇ ਹੁੰਦੇ ਆਪਾਂ ਐਵੇਂ ਬੋਲ ਦਿੱਤੇ ਤਾਂ ਉਹ ਲਿਖਣ ਵਾਲਾ ਹੀ ਕੰਮ ਹੋ ਜਾਣਾ ਕਿ ਸਾਨੂੰ ਤਾਂ ਸਮਝ ਨਹੀਂ ਆਏਗੀ ਤੁਸੀਂ ਖੁਸ਼ ਹੋ ਕੇ ਕਹਿ ਰਹੇ ਹੋ ਜਾਂ ਦੁਖੀ ਹੋ ਕੇ ਕਹਿ ਰਹੇ ਹੋ, ਹੈ ਨਾ। ਤਾਂ ਮਤਲਬ ਭਾਵਾਂ ਅਨੁਸਾਰ ਪ੍ਰੋਪਰ ਉਤਰਾਅ ਚੜਾਅ ਜ਼ਰੂਰੀ ਹੈ। ਉਚਾਰਨ ਮੁਕਾਬਲੇ ਤੇ ਪੁਰਸਕਾਰ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਮਾਨਸਿਕ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ, ਠੀਕ ਹੈ। ਅਗਰ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਹੈ, ਗੁੰਝਲਦਾਰ ਵਿਚਾਰ ਨੇ, ਜੋ ਕੁਝ ਵੀ ਉਤਰਾਅ ਚੜਾਅ ਮਾਈਂਡ ਦੇ ਵਿੱਚ ਚੱਲ ਰਿਹਾ ਤਾਂ ਉਸਨੂੰ ਐਕਸਪ੍ਰੈਸ ਕਰੋ ਤੇ ਕਲੀਅਰ ਮਤਲਬ ਠੰਡਾ ਰੱਖੋ ਦਿਮਾਗ ਨੂੰ। ਵਾਤਾਵਰਨ ਸ਼ਾਂਤ ਹੋਣਾ ਚਾਹੀਦਾ ਹੈ, ਡਰ ਤੋਂ ਮੁਕਤ ਹੋਣਾ ਚਾਹੀਦਾ ਹੈ। ਅਗਰ ਤੁਸੀਂ ਇੱਕ ਦੂਸਰੇ ਦੋ ਪਰਸਨ ਆਪਸ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਵਾਤਾਵਰਨ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਹੈ। ਸ਼ੋਰ ਸ਼ਰਾਬੇ ਦੇ ਵਿੱਚ ਕਦੇ ਵੀ ਕੋਈ ਗੱਲਬਾਤ ਨਹੀਂ ਹੁੰਦੀ ਔਰ ਡਰ ਤੋਂ ਮੁਕਤ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਕੌਨਫੀਡੈਂਸ ਹੋਣਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਅੱਜ ਕੱਲ੍ਹ ਗਵਰਨਮੈਂਟ ਸਕੂਲ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਫੀ ਅੱਛੀ ਫੈਸਿਲਿਟੀਜ਼ ਆ ਰਹੀਆਂ ਨੇ ਔਰ ਜਿਵੇਂ ਲਿਸਨਿੰਗ ਲੈਬ ਹੈ ਜਾਂ ਕੁਛ ਵੀ, ਠੀਕ ਹੈ, ਜਾਂ ਕੋਈ ਵੀ ਅਗਰ ਆਪਾਂ ਗੱਲ ਕਰੀਏ ਤਾਂ ਭਾਸ਼ਾ ਪ੍ਰਯੋਗਸ਼ਾਲਾ ਲੈਬਸ ਬਣੀਆਂ ਹੋਈਆਂ ਨੇ ਹਰ ਜਗ੍ਹਾ 'ਤੇ, ਤਾਂ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਠੀਕ ਹੈ। ਚਲੋ, ਤਾਂ ਇਹ ਤਾਂ ਸੀਗਾ ਅੱਜ ਦਾ ਟੋਪਿਕ, ਠੀਕ ਹੈ ਜੀ, ਜੋ ਕਿ ਸੀਗਾ ਬੋਲਣਾ ਕੌਸ਼ਲ। ਔਰ ਇਸ ਤੋਂ ਬਾਅਦ ਨੈਕਸਟ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੜ੍ਹਨਾ ਕੌਸ਼ਲ ਦੀ ਅਤੇ ਲਿਖਣਾ ਕੌਸ਼ਲ, ਠੀਕ ਹੈ। ਇਹ ਦੋ ਕੌਸ਼ਲ ਰਹਿ ਗਏ, ਫਿਰ ਇਸ ਤੋਂ ਬਾਅਦ ਇਹਨਾਂ ਦੇ MCQs ਕਰਾਂਗੇ। ਅਗਰ ਤੁਹਾਨੂੰ ਕਲਾਸ ਪਸੰਦ ਆਈ ਦੈਨ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ, ਐਂਡ ਅਗਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਦੈਨ ਪਲੀਜ਼ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਟੂ ਅਵਰ ਚੈਨਲ, ਠੀਕ ਹੈ ਜੀ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਲਾਸ ਕਿਵੇਂ ਲੱਗੀ। ਰਹੀ ਗੱਲ ਅਗਲੀਆਂ ਕਲਾਸਿਸ ਦੀ, ਦੈਨ ਬਿਲਕੁਲ ਤੁਹਾਡੇ ਨਾਲ ਕੱਲ੍ਹ ਨੂੰ ਅਗਲੀ ਕਲਾਸ ਵੀ ਸ਼ੇਅਰ ਕੀਤੀ ਜਾਏਗੀ, ਠੀਕ ਹੈ ਜੀ। ਥੈਂਕ ਯੂ ਸੋ ਮਚ, ਟੇਕ ਕੇਅਰ।